आप लिहो तुम कथा सुधारी। सतनाम श्री वाहिगुरु साहिब जीओ। दोहरा निकस्यो डेरा त्याग कर, हिमरत थी तिस काल। चलत पंथ नित चरण कर, श्रम को लहत विशाल। वाहिगुरु जी का खालसा, वाहिगुरु जी की फतेह। परम सन्मानਯੋਗ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਹਜ਼ੂਰੀ 'ਚ ਸੰਧਿਆ ਦੇ ਦੀਵਾਨ ਸਜੇ ਨੇ। ਆਪ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕੀਰਤਨ ਸਰਵਣ ਕੀਤੇ ਹਨ। ਆਓ ਹੁਣ ਆਪਣੀਆਂ ਮਨ ਬਿਰਤੀਆਂ ਨੂੰ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ 'ਚ ਇਕਾਗਰ ਕਰੀਏ। ਜੋ ਲੜੀਵਾਰ ਕਥਾ ਚੱਲ ਰਹੀ ਹੈ, ਸਤਿਗੁਰੂ ਸਾਹਿਬ ਜੀ ਦੀ ਸਰਵਣ ਕਰੀਏ। ਜਦੋਂ ਭਾਈ ਗੁਰਦਾਸ ਜੀ ਨੇ ਵਚਨ ਕਹੇ, ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ, ਤੇ ਗੁਰੂ ਕੇ ਸਿੱਖਾਂ ਨੇ ਕਿਹਾ ਵੀ ਗੁਰੂ ਦੀ ਮਾਇਆ ਬੜੀ ਪ੍ਰਬਲ ਹੈ, ਵੱਡਿਆਂ ਵੱਡਿਆਂ ਨੂੰ ਡੁਲਾ ਲੈਂਦੀ ਹੈ। ਤੇ ਭਾਈ ਸਾਹਿਬ ਬੜੇ ਮਾਣ ਨਾਲ ਕਹਿਣ ਲੱਗੇ, ਨਹੀਂ, ਗੁਰੂ ਦਾ ਸਿੱਖ ਨਹੀਂ ਡੋਲ ਸਕਦਾ। ਗੁਰੂ ਜੋ ਮਰਜ਼ੀ ਸਾਂਗ ਕਰੇ, ਜੋ ਮਰਜ਼ੀ ਬਚਨ ਕਰੇ, ਕੌੜਾ ਬੋਲੇ, ਗਾਲਾਂ ਵੀ ਕੱਢ ਦਵੇ ਸਿੱਖ ਨੂੰ, ਇੱਥੋਂ ਤੱਕ ਵੀ ਜੋ ਬਚਨ ਨਹੀਂ ਕਰਨ ਵਾਲੇ ਉਹ ਵੀ ਗੁਰੂ ਕਰ ਦਵੇ ਸਿੱਖ ਦੇ ਸਾਹਮਣੇ, ਤਾਂ ਵੀ ਸਿੱਖ ਆਪਣੇ ਗੁਰੂ ਤੋਂ ਨਿਸ਼ਚਾ ਨਾ ਚੁੱਕੇ। ਇਹ ਬਚਨ ਭਾਈ ਸਾਹਿਬ ਜੀ ਦੇ ਸੁਣ ਕੇ ਗੁਰੂ ਸਾਹਿਬ ਜੀ ਨੇ ਵਿਚਾਰ ਕੀਤੀ ਵੀ ਇਹਨਾਂ ਦੇ ਅੰਦਰ ਸੂਖਮ ਹਉਮੈ ਹੈ, ਉਹ ਹੁਣ ਦੂਰ ਕਰ ਦੇਣੀ ਚਾਹੀਦੀ ਹੈ। ਗੁਰੂ ਦੀ ਮਾਇਆ ਕਿੰਨੀ ਮਹਾਨ, ਕਿੰਨੀ ਵਿੱਚੇ ਵਿਸ਼ੇਸ਼ ਹੈ, ਇਹ ਵੀ ਇਹਨਾਂ ਨੂੰ ਅਨੁਭਵ ਕਰਾ ਦੇਣਾ ਚਾਹੀਦਾ ਹੈ। ਇਸ ਲਈ ਭਾਈ ਸਾਹਿਬ ਨੂੰ ਕਾਬਲ ਘੋੜੇ ਖਰੀਦਣ ਦੇ ਲਈ 50,000 ਰੁਪਈਆ ਦੇ ਕੇ ਭੇਜ ਦਿੱਤਾ। ਜਦੋਂ ਭਾਈ ਸਾਹਿਬ ਨੇ ਘੋੜੇ ਖਰੀਦ ਕੇ ਉਹਦਾ ਮੁੱਲ ਤਾਰਨ ਦੀ ਕੋਸ਼ਿਸ਼ ਕੀਤੀ, ਅੰਦਰ ਗਏ ਤੇ ਉਸ ਵੇਲੇ ਖਜ਼ਾਨਾ ਜਿਹੜਾ ਖੋਲ੍ਹਿਆ ਉਹਦੇ ਵਿੱਚੋਂ ਠੀਕਰੀਆਂ ਨਿਕਲੀਆਂ। ਭਾਈ ਸਾਹਿਬ ਜੀ ਇਹ ਸੋਚ ਕੇ ਕਿ ਵੀ ਰਸਤੇ ਵਿੱਚ ਕਿਤੇ ਚੋਰੀ ਹੋ ਗਈ ਹੈ, ਮੇਰੇ ਨਾਲ ਧੋਖਾ ਹੋ ਗਿਆ, ਇੱਥੇ ਮੈਂ ਹੁਣ ਫਸ ਜਾਵਾਂਗਾ, ਪੈਸੇ ਕਿੱਥੋਂ ਦਿਆਂਗਾ, ਭਰਮ ਵਿੱਚ ਪੈ ਗਏ ਤੇ ਤੰਬੂ ਪਾੜ ਕੇ ਪਿੱਛੋਂ ਦੀ ਕਾਬਲ ਤੋਂ ਚੱਲ ਪਏ। ਔਰ ਸਾਧ ਸੰਗਤ ਜੀ ਰਸਤੇ ਵਿੱਚ ਕਿਤੇ ਨਹੀਂ ਰੁਕੇ। ਅੰਮ੍ਰਿਤਸਰ ਦੇ ਕੋਲੋਂ ਦੀ ਚੁੱਪ ਚਪੀਤੇ ਲੰਘ ਕੇ ਕਾਂਸ਼ੀ ਬਨਾਰਸ ਵਿੱਚ, ਕਿੱਥੇ ਕਾਬਲ ਤੇ ਕਿੱਥੇ ਕਾਂਸ਼ੀ, ਇਹਨਾਂ ਹਜ਼ਾਰਾਂ ਮੀਲਾਂ ਦਾ ਪਿੰਡਾ ਕਰਕੇ ਇਹ ਕਾਂਸ਼ੀ ਪਹੁੰਚੇ ਹਨ। ਉਹ ਕਾਂਸ਼ੀ ਪਹੁੰਚਣ ਦੀ ਕਥਾ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਲਿਖ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹ ਕਥਾ ਹੈ। ਬੜੇ ਮਹਾਨ ਗੁਰਸਿੱਖ ਹੋਏ ਨੇ। ਤੀਸਰੇ ਪਾਤਸ਼ਾਹ ਦੇ ਭਤੀਜੇ ਸਨ। ਬੀਬੀ ਭਾਨੀ ਦੇ ਭਰਾ, ਗੁਰੂ ਰਾਮਦਾਸ ਜੀ ਦੇ ਸੰਬੰਧੀ ਰਿਸ਼ਤੇਦਾਰ, ਗੁਰੂ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ। ਛੇਵੇਂ ਪਾਤਸ਼ਾਹ ਦੇ ਉਹਨਾਂ ਨੂੰ ਆਪਣੇ ਵੱਡੇ ਸਮਝ ਕੇ ਸਤਿਕਾਰ ਦਿੰਦੇ ਸਨ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਹੋਏ ਹਨ। ਉਹਨਾਂ ਦੀ ਬਾਣੀ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਹੈ। ਜਿੰਨਾ ਚਿਰ ਭਾਈ ਗੁਰਦਾਸ ਦੀ ਬਾਣੀ ਨਹੀਂ ਸਮਝ ਆਉਂਦੀ, ਸਿੱਖੀ ਦਾ ਵੀ ਪਤਾ ਨਹੀਂ ਲੱਗਦਾ। ਗੁਰਬਾਣੀ ਦੀ ਸਮਝ ਉਦੋਂ ਆਉਂਦੀ ਜਦੋਂ ਭਾਈ ਗੁਰਦਾਸ ਦੀ ਬਾਣੀ ਪੜ੍ਹੋ। ਭਾਈ ਸਾਹਿਬ ਦੱਸਦੇ ਸਿੱਖੀ ਕੀ ਹੈ। ਗੁਰਸਿੱਖੀ ਬਰੀਕ ਹੈ, ਸਿਲ ਚੱਟਣ ਫਿੱਕੀ, ਖੰਨਿਓ ਤਿੱਖੀ, ਆਖੀਐ ਉਬਾਲੋਂ ਨਿੱਕੀ। ਭਾਈ ਸਾਹਿਬ ਜੀ ਦੀ ਬਾਣੀ ਵਿੱਚ ਗੁਰਮਤਿ ਦਾ ਬੜਾ ਗੂਝ ਗਿਆਨ ਹੈ। ਆਓ ਪਿਆਰੀ ਸਾਧ ਸੰਗਤ ਜੀ, ਐਸੇ ਮਹਾਂਪੁਰਸ਼ਾਂ ਦੇ ਜੀਵਨ ਵਿੱਚ ਕਿੱਦਾਂ ਦੇ ਸਮੇਂ ਆ ਜਾਂਦੇ ਨੇ, ਉਹ ਵੀ ਸੁਣੀਏ। ਪਿਆਰ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਿਕਸਿਓ ਡੇਰਾ ਤਿਆਗ ਕਰ। ਜਿਸ ਵੇਲੇ ਕਾਬਲ ਵਿੱਚੋਂ ਤੰਬੂ ਪਾੜ ਕੇ ਭਾਈ ਸਾਹਿਬ ਜੀ ਪਿੱਛੋਂ ਨਿਕਲ ਗਏ ਅਤੇ ਸਿੱਖ ਜਿਹੜੇ ਸਨ ਉਹ ਵਿਚਾਰੇ ਅੰਦਰ ਬਾਹਰ ਉਡੀਕਦੇ ਰਹੇ। ਉਹ ਜਿਹੜੇ ਸੌਦਾਗਰ ਸਨ ਜਿਨ੍ਹਾਂ ਨੇ ਮਾਇਆ ਲੈਣੀ ਸੀ, ਉਹ ਵੀ ਉਡੀਕਦੇ ਰਹੇ। ਕਹਿੰਦੇ 1.5 ਪੈਰ ਪਿੱਛੋਂ ਉਹਨਾਂ ਨੇ ਅੰਦਰ ਜਾ ਕੇ ਵੇਖਿਆ ਵੀ ਮਾਇਆ ਖਿਲਰੀ ਪਈ, ਭਾਈ ਸਾਹਿਬ ਹੈ ਹੀ ਕੋਈ ਨਹੀਂ। ਭਾਈ ਸਾਹਿਬ ਨੂੰ ਠੀਕਰੀਆਂ ਦਿਸੀਆਂ ਨੇ, ਪਰ ਹੈਨ ਸਨ ਮੋਹਰਾਂ ਸੋਨੇ ਦੀਆਂ ਤੇ ਚਾਂਦੀ ਦੇ ਰੁਪਈਏ। ਉਹ ਸਿੱਖਾਂ ਨੇ ਮੁੱਲ ਤਾਰ ਕੇ ਘੋੜਿਆਂ ਦਾ ਤੇ ਸਾਰਾ ਕੁਝ ਸਾਜੋ ਸਮਾਨ ਸੰਭਾਲ ਕੇ ਵਾਪਸ
ਅੰਮ੍ਰਿਤਸਰ ਆ ਕੇ 6ਵੇਂ ਪਾਤਸ਼ਾਹ ਨੂੰ ਸਾਰੀ ਰਿਪੋਰਟ ਦਿੱਤੀ, ਮਹਾਰਾਜ ਇਸ ਤਰ੍ਹਾਂ ਹੋਇਆ। ਭਾਈ ਸਾਹਿਬ ਤੰਬੂ 'ਚ ਬੜੇ, ਮੁੜ ਕੇ ਪਤਾ ਨਹੀਂ ਕਿੱਧਰ ਚਲੇ ਗਏ। ਮਾਇਆ ਸਾਰੀ ਖਿਲਾਰ ਕੇ ਚਲੇ ਗਏ, ਮਾਇਆ ਪੂਰੀ ਅਸੀਂ ਗਿਣ ਕੇ ਦੇ ਆਏ। ਸਤਿਗੁਰੂ ਜਾਣੀ ਜਾਣ ਮੁਸਕਰਾ ਕੇ ਚੁੱਪ ਕਰ ਗਏ। ਇਧਰ ਭਾਈ ਸਾਹਿਬ ਤੰਬੂ ਪਾੜ ਕੇ ਕਿਵੇਂ ਤੁਰੇ ਹਨ ਉਹ ਸੁਣੋ ਜਰਾ। ਹਾਂਜੀ, ਹਿਮਰਤ ਥੀ ਤਿਸ ਕਾਲ। ਉਸ ਵੇਲੇ ਸਰਦੀ ਦਾ ਮੌਸਮ ਸੀਗਾ ਜਦੋਂ ਭਾਈ ਸਾਹਿਬ ਕਾਬਲ ਤੋਂ ਨਿਕਲੇ ਨੇ। ਸਿਆਲ ਦੇ ਦਿਨ ਸਨ, ਯਾਨੀ ਮੱਘਰ ਪੋਹ ਦੀਆਂ ਰਾਤਾਂ, ਮੱਘਰ ਪੋਹ ਦੇ ਦਿਨ, ਠੰਡ ਬੜੀ ਪੈਂਦੀ ਸੀ। ਚਰਤ ਪੰਥ ਨਿਤ ਚਰਨ ਕਰ। ਭਾਈ ਸਾਹਿਬ ਜੀ ਨੂੰ ਪੈਦਲ ਤੁਰਨਾ ਪੈਂਦਾ ਸੀ, ਸਫ਼ਰ ਬੜਾ ਲੰਮਾ ਸੀ। ਸ਼ਰਮ ਕੋ ਲਹਿਤ ਵਿਸਾਲ। ਪਰ ਬਹੁਤ ਥਕਾਵਟ ਹੋ ਜਾਂਦੀ, ਉਮਰ ਵੀ ਵਡੇਰੀ ਹੋ ਗਈ ਸੀ, ਬਜ਼ੁਰਗ ਸਨ, ਤੇ ਬਜ਼ੁਰਗ ਉਮਰਾਂ ਦੇ ਵਿੱਚ ਲੰਮਾ ਪੈਂਡਾ ਕਰਨਾ ਪੈਂਦਾ ਸੀ। ਚੌਪਈ ਅਧਿਕ ਬਸਤਰ ਬਿਨ ਸੀਤ ਨਾ ਤੇ ਜਾਵੇ। ਕੱਪੜੇ ਵੀ ਕੋਈ ਬਹੁਤੇ ਕੋਲ ਨਹੀਂ ਸਨ, ਜਿਹੜੇ ਤਨ ਤੇ ਕੱਪੜੇ ਸਨ ਉਹੀ ਸਨ, ਤੇ ਬਹੁਤੇ ਕੱਪੜਿਆਂ ਤੋਂ ਬਿਨਾਂ ਠੰਡ ਨਹੀਂ ਜਾਂਦੀ, ਠੰਡ ਬੜੀ ਪੈਂਦੀ। ਕਾਬਲ ਤੋਂ ਜਿਹੜਾ ਅਫਗਾਨਿਸਤਾਨ ਵੱਲ ਇੱਧਰੋਂ ਰਸਤਾ ਆਉਂਦਾ ਹੈ, ਪਹਾੜੀ ਰਸਤਾ ਪੈਂਦਾ, ਵਿੱਚ ਦਰਾ ਖੈਬਰ ਵਗੈਰਾ ਦਾ, ਦਰਿਆ ਸਿੰਧ ਪੈਂਦਾ, ਫਿਰ ਦਰਿਆ ਜੇਹਲਮ, ਚਨਾਬ, ਰਾਵੀ, ਬਿਆਸਾ, ਸਤਲੁਜ, ਸੈਂਕੜੇ ਨਦੀਆਂ ਟੱਪ ਕੇ ਤੇ ਫੇਰ ਪਹੁੰਚਦਾ ਬਨਾਰਸ ਬੰਦਾ। ਕਾਸ਼ੀ ਕਿੱਥੇ ਤੇ ਕਾਬਲ ਕਿਤੇ। ਸੋ ਕਾਬਲ ਤੋਂ ਤੁਰੇ ਨੇ, ਕੱਪੜਾ ਕੋਈ ਹੈ ਨਹੀਂ, ਠੰਡ ਦੇ ਨਾਲ ਸਰੀਰ ਕਸ਼ਟ ਪਾਉਂਦਾ ਹੈ। ਉਤੋ ਜੋ ਢਿਗ ਤਿਹ ਕੌਣ ਉਠਾਵੇ। ਤੇ ਜਿਹੜਾ ਕੋਈ ਸਮਾਨ ਕੋਲ ਹੋਵੇ ਵੀ ਉਹਨੂੰ ਚੁੱਕੇ ਕੌਣ। ਹੁਣ ਰਜਾਈ, ਕੰਬਲ ਹੋ ਲੈ ਤਾਂ ਸਕਦੇ ਬੰਦਾ ਕਿਤੋਂ ਨਾ ਕਿਤੋਂ ਮੰਗ ਤੰਗ ਕੇ, ਪਰ ਉਹਨੂੰ ਚੁੱਕਣਾ ਵੀ ਬੜਾ ਔਖਾ, ਚੁੱਕ ਕੇ ਤੁਰਨਾ ਬੜਾ ਔਖਾ, ਸਫ਼ਰ ਬੜਾ ਲੰਮਾ ਹੈ। ਕਿਤ ਭੋਜਨ ਪ੍ਰਾਪਤ ਕਿਤ ਨਾਹੀ। ਕਿਸੇ ਸ਼ਹਿਰ ਵਿੱਚ, ਕਿਸੇ ਪਿੰਡ ਵਿੱਚ ਖਾਣ ਨੂੰ ਕੁਝ ਮਿਲ ਜਾਂਦਾ, ਕਿਤੇ ਜੰਗਲ ਵਿੱਚ ਇਦਾਂ ਹੀ ਭੁੱਖੇ ਭਾਣੇ ਤੁਰਨਾ ਪੈਂਦਾ, ਕਿਤੇ ਖਾਣਾ ਮਿਲਦਾ, ਕਿਤੇ ਭੁੱਖੇ ਹੀ ਸਫ਼ਰ ਕਰਦੇ ਭਾਈ ਗੁਰਦਾਸ ਜੀ। ਨਿਤ ਪ੍ਰਤ ਗਮਨਤ ਮਾਰਗ ਮਾਹੀ। ਤੇ ਸਾਧ ਸੰਗਤ ਜੀ ਸਫ਼ਰ ਰੋਜ਼ ਕਰਦੇ, 100 ਮੀਲ 50 ਮੀਲ। ਪੁਰਾਣੇ ਬਜ਼ੁਰਗ ਆਮ ਤੁਰ ਜਾਂਦੇ ਸਨ, ਤਗੜੇ ਹੁੰਦੇ ਸਨ, ਸਫ਼ਰ ਕਰਨ ਦੀ ਆਦਤ ਹੁੰਦੀ ਸੀ। ਅੱਜ ਕੱਲ੍ਹ ਤੇ ਸਾਡੇ ਕੋਲੋਂ 2 ਕਿਲੋਮੀਟਰ ਜਾਣਾ ਹੋਵੇ ਤੇ ਅਸੀਂ ਗੱਡੀ ਭਾਲਾਂਗੇ, ਪਰ ਉਦੋਂ ਇਹ ਗੱਲ ਕੋਈ ਨਹੀਂ ਸੀ। ਉਹ ਪੈਦਲ ਹੀ ਤੁਰਦੇ ਭਾਈ ਸਾਹਿਬ ਜੀ, 50-60 ਮੀਲ 70 ਮੀਲ ਰੋਜ਼ ਪੈਂਡਾ ਤੁਰ ਕੇ, ਜਿੱਥੇ ਰਾਤ ਪੈਣੀ ਕਿਤੇ ਜਾ ਕੇ 9-10 ਵਜੇ ਉੱਥੇ ਸੌਣਾ, ਸਵੇਰੇ ਉੱਠ ਕੇ ਫਿਰ ਤੁਰ ਪੈਣਾ। ਰੋਜ਼ ਸਫ਼ਰ ਕਰਨ ਕਰਕੇ ਸਿਹਤ ਵੀ ਬੜੀ ਮਸਤਾਨੀ ਹੋ ਗਈ। ਮਹਾ ਖੇਦ ਤੇ ਦੁਰਬਲ ਹੋਇਓ। ਔਰ ਇਹਨਾਂ ਪੈਂਡਾ ਤੁਰਨ ਕਰਕੇ ਸਰੀਰ ਕਮਜ਼ੋਰ ਹੋ ਗਿਆ, ਨਿਰਬਲ ਹੋ ਗਿਆ। ਨਹਿ ਆਗੇ ਅਸ ਸੰਕਟ ਜੋਇਓ। ਸਾਰੀ ਜ਼ਿੰਦਗੀ ਆਰਾਮ ਨਾਲ ਕੱਟੀ ਸੀ, ਇਹੋ ਜਿਹੀ ਮੁਸੀਬਤ ਨਹੀਂ ਸੀ ਪਈ ਕਦੀ, ਇੰਨਾ ਸਫ਼ਰ ਨਹੀਂ ਸੀ ਕਰਨਾ ਪਿਆ ਕਦੀ। ਚਲੋ ਕਦੀ ਅੰਮ੍ਰਿਤਸਰ ਤੋਂ ਲਾਹੌਰ ਚਲੇ ਗਏ, ਕਦੀ ਗੋਇੰਦਵਾਲ ਸਾਹਿਬ ਚਲੇ ਗਏ, ਜਾਂ ਕਿਤੇ ਗੁਰੂ ਸਾਹਿਬ ਨੇ ਭੇਜਿਆ ਤੇ ਚਲੇ ਗਏ, 2-4 ਦਿਨ 10 ਦਿਨ ਤੁਰ ਲਿਆ। ਇਹ ਤਾਂ ਨਹੀਂ ਵੀ ਮਹੀਨਿਆਂ ਬੱਧੀ ਲਗਾਤਾਰ ਹੀ ਤੁਰਨਾ ਪਵੇ। ਭਾਈ ਸਾਹਿਬ ਦੀ ਜ਼ਿੰਦਗੀ ਵਿੱਚ ਪਹਿਲੀ ਵਾਰ ਇੰਨਾ ਕਸ਼ਟ ਹੋਇਆ, ਉਹ ਵੀ ਬਜ਼ੁਰਗ ਉਮਰ ਦੇ ਵਿੱਚ। ਕਾਬਲ ਤੋਂ ਕਾਸ਼ੀ ਤੱਕ ਦਾ ਸਫ਼ਰ ਪੈਦਲ ਕਰਨਾ ਪਿਆ। ਭਾਇਨ ਪਰੇ ਫਾਲ ਰੇ ਕਹਨੇ। ਬਜ਼ੁਰਗ ਸਨ, ਤੁਰ ਤੁਰ ਕੇ ਸਰੀਰ ਬਹੁਤ ਕਮਜ਼ੋਰ ਹੋ ਗਿਆ ਤੇ ਪੈਰਾਂ ਵਿੱਚ ਛਾਲੇ ਪੈ ਗਏ। ਹਾਂਜੀ, ਚਲਤ ਪੰਥ ਨਿਤ ਸ਼ਰਮ ਕੇ ਸਨੇ। ਰੋਜ਼ ਭਾਈ ਸਾਹਿਬ ਜੀ ਤੁਰੇ ਜਾਂਦੇ ਆ ਕਾਬਲ ਤੋਂ ਕਾਸ਼ੀ ਵੱਲ। ਨੀਠ ਨੀਠ ਕਰ ਪ੍ਰਾਪਤ ਹੋਵਾ। ਬੜੀ ਮੁਸ਼ਕਲਾਂ ਨਾਲ ਸੈਂਕੜੇ ਨਦੀਆਂ ਟੱਪੀਆਂ, ਬਹੁਤ ਜੰਗਲਾਂ ਚੋਂ ਲੰਘੇ, ਬਹੁਤ ਵੱਖੋ ਵੱਖ ਤਰ੍ਹਾਂ ਦਾ ਕਲਚਰ ਵੇਖਣ ਨੂੰ ਮਿਲਦਾ ਸਫ਼ਰ ਦੇ ਵਿੱਚ। ਕਿਤੇ ਰੋਟੀ ਮਿਲਣੀ, ਕਿਤੇ ਨਾ ਮਿਲਣੀ, ਕਿਤੇ ਦਰਖਤਾਂ ਥੱਲੇ ਰਾਤ ਕੱਟਣੀ, ਕਿਤੇ ਕਿਸੇ ਸਰਾਂ ਵਿੱਚ ਰਾਤ ਕੱਟਣੀ। ਇਉਂ ਤੁਰਦੇ ਤੁਰਦੇ ਭਾਈ ਸਾਹਿਬ ਜੀ ਬੜੀ ਮੁਸ਼ਕਲ ਨਾਲ ਬਨਾਰਸ ਕਾਸ਼ੀ ਪਹੁੰਚ ਗਏ। ਕਿਤਕ ਦਿਵਸ ਮਹਿ ਸ਼ਿਵਪੁਰ ਜੋਵਾ। ਸ਼ਿਵ ਜੀ ਦੀ ਪੁਰੀ ਜਿਸ ਨੂੰ ਕਹਿੰਦੇ ਨੇ, ਭਗਵਾਨ ਸ਼ਿਵ ਜੀ ਦਾ ਇਹ ਨਗਰ ਹੈ। ਇੱਥੇ ਸਭ ਤੋਂ ਵੱਡਾ ਪੁਰਾਤਨ ਜਿਹੜਾ ਸ਼ਿਵ ਜੀ ਦਾ ਸਥਾਨ ਮੰਨਿਆ ਜਾਂਦਾ ਹੈ, ਵਿਸ਼ਵਨਾਥ ਦਾ ਮੰਦਿਰ। ਇਸ ਕਰਕੇ ਇਹਨੂੰ ਕਾਸ਼ੀ ਨੂੰ ਸ਼ਿਵਪੁਰੀ ਕਹਿੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਆਉਂਦਾ, ਸ਼ਿਵ ਕੀ ਪੁਰੀ ਬਸੈ ਬੁੱਧ ਸਾਰ, ਤੈ ਤੁਮ ਮਿਲ ਕੇ ਕਰੋ ਵਿਚਾਰ। ਉਹਨੂੰ ਸ਼ਿਵਪੁਰੀ ਵੀ ਕਹਿੰਦੇ ਆ, ਕਾਸ਼ੀ ਵੀ ਕਹਿੰਦੇ ਆ, ਬਨਾਰਸ ਵੀ ਕਹਿੰਦੇ ਆ, ਵਾਰਾਣਸੀ ਕਹਿੰਦੇ ਆ। ਔਰ ਇਹ ਵਿਦਿਆ ਦੀ ਬੜੀ ਪੁਰਾਣੀ ਯੂਨੀਵਰਸਿਟੀ, ਹਜ਼ਾਰਾਂ ਸਾਲ ਤੋਂ ਬੜੇ ਬੜੇ ਮਹਾ ਵਿਦਵਾਨ ਇੱਥੇ ਰਹਿੰਦੇ ਆਏ। ਹੁਣ ਵੀ ਉੱਥੇ ਬਹੁਤ ਵੱਡੀ ਯੂਨੀਵਰਸਿਟੀ ਹੈ। ਸੋ ਉਸ ਨਗਰ ਦੇ ਵਿੱਚ ਭਾਈ ਸਾਹਿਬ ਜੀ ਬੜੀਆਂ ਮੁਸ਼ਕਲਾਂ ਨਾਲ ਪਹੁੰਚੇ ਹਨ। ਕਿਸ ਥਲ ਜਾਏ ਕੀਨ ਬਿਸਰਾਮੂ। ਉੱਥੇ ਸਾਧ ਸੰਗਤ ਜੀ ਅੱਜ ਕੱਲ੍ਹ ਉਹ ਜਗ੍ਹਾ ਦਾ ਨਾਮ ਉਹ ਚੇਤਨ ਮੱਠ ਕਰਕੇ ਬੋਲਦੇ ਹਨ। ਗੁਰਦੁਆਰਾ ਸਾਹਿਬ ਬਣਿਆ ਹੋਇਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਉੱਥੇ ਨਿਰਮਲੇ ਸੰਤ ਸੇਵਾ ਕਰਦੇ ਹਨ।
ਜਦੋਂ ਭਾਈ ਗੁਰਦਾਸ ਜੀ ਉੱਥੇ ਪਹੁੰਚੇ, ਉਹਨਾਂ ਨੇ ਉੱਥੇ ਆਪਣਾ ਡੇਰਾ ਲਾ ਲਿਆ ਚੇਤਨ ਮੱਠ ਦੇ ਵਿੱਚ। ਤਹਿ ਗੁਰ ਸੰਗਤ ਕੇ ਬਹੁ ਧਾਮੂ। ਕਾਂਸ਼ੀ ਵਿੱਚ ਵੀ ਸੰਗਤਾਂ ਬੜੀਆਂ। ਗੁਰੂ ਨਾਨਕ ਦੇਵ ਜੀ ਕਾਂਸ਼ੀ ਗਏ ਨੇ। ਪਹਿਲੀ ਪਾਤਸ਼ਾਹੀ ਤੇ 9ਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੁਣ ਵੀ ਮੌਜੂਦ ਹੈ। ਭਾਈ ਗੁਰਦਾਸ ਜੀ ਦਾ ਗੁਰਦੁਆਰਾ ਚੇਤਨ ਮੱਠ ਹੈ। ਤੇ ਹੋਰ ਵੀ ਉੱਥੇ 40 ਥਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਸੀ। ਭਾਈ ਕਾਹਨ ਸਿੰਘ ਨਾਭਾ ਜੀ ਨੇ ਮਹਾਨ ਕੋਸ਼ ਵਿੱਚ ਲਿਖਿਆ ਹੈ। ਸੰਤਾਂ, ਉਦਾਸੀ ਸੰਤਾਂ ਦੇ ਔਰ ਨਿਰਮਲੇ ਸੰਤਾਂ ਦੇ ਵਿਦਿਆਲੇ ਸਨ, ਸਕੂਲ ਸਨ। 40 ਥਾਵਾਂ ਤੇ 1925 ਤੱਕ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ। ਪਰ ਸਭ ਤੋਂ ਪਹਿਲਾਂ ਪਹਿਲੀ ਪਾਤਸ਼ਾਹੀ ਮਹਾਰਾਜ ਨੇ ਉੱਥੇ ਪੰਡਿਤ ਗੋਪਾਲ ਚੰਦ ਜੀ ਨਾਮ ਦੇ ਇੱਕ ਵਿਦਵਾਨ ਪੰਡਿਤ ਨੂੰ ਉਹਦਾ ਉਪਦੇਸ਼ ਦਿੱਤਾ ਸੀ। ਤੇ ਸਹਿਸਕ੍ਰਿਤੀ ਦੇ ਜਿਹੜੇ 4 ਸ਼ਲੋਕ ਹਨ, ਪੜ੍ਹ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗੁਲ ਸਮਾਦੰ, ਮੁਖ ਝੂਠ ਬਿਭੂਖਨ ਸਾਰੰ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਤੋਏ ਧੋਤੀ ਬਸਤਰ ਕਪਾਟੰ, ਜੇ ਜਾਨਸ ਬਰਮੰ ਕਰਮੰ, ਸਭ ਫੋਕੜ ਨਿਸ਼ਚੋ ਕਰਮੰ, ਕਉ ਨਾਨਕ ਨੇਚੋ ਧਿਆਵੈ, ਬਿਨ ਸਤਿਗੁਰ ਬਾਟ ਨ ਪਾਵੈ। ਇਹ ਜਿਹੜੇ ਪਾਵਨ ਸ਼ਲੋਕ ਨੇ, ਉੱਥੇ ਮਹਾਰਾਜ ਸਾਹਿਬ ਜੀ ਨੇ ਕਾਸ਼ੀ ਦੇ ਵਿੱਚ ਪੰਡਿਤ ਗੋਪਾਲ ਚੰਦ ਨੂੰ ਉਪਦੇਸ਼ ਦਿੱਤਾ ਸੀ। ਸੋ ਉਹ ਉਦੋਂ ਦੀ ਸਿੱਖੀ ਉੱਥੇ ਫੈਲੀ ਹੋਈ ਹੈ। ਫਿਰ ਉੱਥੇ ਮਹਾਂਪੁਰਸ਼ ਹੋਰ ਵੀ ਬੜੇ ਭਗਤ, ਕਬੀਰ ਜੀ ਮਹਾਰਾਜ ਉੱਥੋਂ ਦੇ ਹੋਏ ਨੇ, ਰਵਿਦਾਸ ਜੀ ਮਹਾਰਾਜ ਉੱਥੋਂ ਦੇ ਹੋਏ ਨੇ। ਤੇ ਉੱਥੇ ਬੜੇ ਚੰਗੇ ਲੋਕ, ਨਾਮ ਜਪਣ ਵਾਲੀਆਂ ਰੂਹਾਂ ਰਹਿੰਦੀਆਂ। ਗੁਰੂ ਕੇ ਸਿੱਖ ਬਹੁਤ ਹਨ। ਜੋ ਸਿੱਖ ਦਰਸ਼ਨ ਕੇ ਹਿਤ ਆਏ। ਜਿਹੜੇ ਸਿੱਖਾਂ ਨੂੰ ਪਤਾ ਲੱਗਾ ਵੀ ਭਾਈ ਗੁਰਦਾਸ ਜੀ ਆਏ ਨੇ, ਉਹਨਾਂ ਨੇ ਦਰਸ਼ਨ ਕੀਤੇ, ਤਿਨਹੁ ਪਛਾਨ ਲੀਨ ਹਰਿ ਖਾਏ। ਪਛਾਣ ਲਿਆ ਵੀ ਇਹ ਤਾਂ ਗੁਰੂ ਘਰ ਦੇ ਸਭ ਤੋਂ ਵੱਡੇ ਸਿੱਖ ਨੇ। ਇਹ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਾਮਾ ਜੀ ਲੱਗਦੇ ਨੇ। ਇਹਨਾਂ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ। ਇਹ ਤਾਂ ਸਾਡੇ ਭਾਗ ਜਾਗ ਪਏ ਵੀ ਇਹੋ ਜਿਹੇ ਮਹਾਨ ਗੁਰਸਿੱਖ ਸਾਡੀ ਨਗਰੀ ਵਿੱਚ ਆਏ ਨੇ। ਸੋ ਕਾਸ਼ੀ ਦੇ ਸਿੱਖਾਂ ਨੇ ਭਾਈ ਗੁਰਦਾਸ ਜੀ ਦੀ ਬਹੁਤ ਆਓ ਭਗਤ ਕੀਤੀ ਹੈ। ਸਭਿਨ ਜੋਰ ਕਰ ਸੇਵਾ ਠਾਨੀ। ਉਹ ਤਾਂ ਸੇਵਾ 'ਚ ਲੱਗ ਗਏ। ਕੋਈ ਭਾਈ ਸਾਹਿਬ ਲਈ ਪ੍ਰਸ਼ਾਦੇ ਲੈ ਕੇ ਆ ਰਿਹਾ, ਕੋਈ ਦਾਲਾਂ ਸਬਜ਼ੀਆਂ, ਕੋਈ ਕੜਾਹ, ਕੋਈ ਖੀਰਾਂ ਖਵਾ ਰਿਹਾ, ਤੇ ਵਧੀਆ ਵਧੀਆ ਬਸਤਰ ਭੇਟਾਂ ਕੀਤੇ। ਭਾਈ ਸਾਹਿਬ ਨੂੰ ਵਧੀਆ ਰਹਿਣ ਵਾਸਤੇ ਮਕਾਨ ਬਣਾ ਕੇ ਦਿੱਤਾ। ਭਾਈ ਸਾਹਿਬ ਦੀ ਤੇ ਬਹੁਤ ਹੀ ਸੇਵਾ ਬਨਾਰਸ ਵਿੱਚ ਹੋਣ ਲੱਗੀ। ਚਰਨ ਪਖਾਰੇ ਤਾਤੇ ਪਾਣੀ। ਕਹਿੰਦੇ ਗਰਮ ਪਾਣੀ ਨਾਲ ਸਿੱਖ ਪੈਰ ਧੋਂਦੇ। ਇਹ ਮਰਿਆਦਾ ਸੀ ਵੀ ਪੁਰਾਣੇ ਸਮੇਂ 'ਚ ਗੁਰਸਿੱਖ ਆਉਂਦਾ ਨਾ ਘਰ, ਪੈਦਲ ਆਉਂਦੇ ਸੀ ਨਾ। ਅੱਜ ਕੱਲ੍ਹ ਤੇ ਗੱਡੀਆਂ ਕਾਰਾਂ ਹਵਾਈ ਜਹਾਜ਼ਾਂ 'ਚ ਆਉਂਦੇ, ਪਹਿਲਾਂ ਪੈਦਲ ਆਉਂਦੇ ਸੀ। ਗਰਮ ਕੋਸਾ ਪਾਣੀ ਕਰਕੇ ਸਭ ਤੋਂ ਪਹਿਲਾਂ ਪੈਰ ਧੋਂਦੇ ਸੀ ਪ੍ਰਾਹੁਣੇ ਦੇ। ਸਿੱਖਾਂ ਦੇ ਤਾਂ ਸੀ ਪ੍ਰਾਹੁਣਿਆਂ ਕੋਈ ਵੀ ਆ ਜਾਏ ਰਿਸ਼ਤੇਦਾਰ, ਉਹਦੇ ਪੈਰ ਧੋਣੇ ਤੇ ਫਿਰ ਉਹਨੂੰ ਮੰਜੇ ਤੇ ਬਿਠਾਣਾ, ਉਹਨੂੰ ਫਿਰ ਦੁੱਧ ਲੱਸੀ ਜੋ ਛਕਾਉਣਾ। ਅੱਜ ਕੱਲ੍ਹ ਚਾਹ ਏ, ਪਹਿਲਾਂ ਦੁੱਧ ਲੱਸੀ ਪੁੱਛਦੇ ਸੀ, ਫਿਰ ਪ੍ਰਸ਼ਾਦਾ ਛਕਾਉਂਦੇ ਸੀ। ਭਾਈ ਸਾਹਿਬ ਦੇ ਚਰਨ ਕਾਬਲ ਦੇ ਸਿੱਖਾਂ ਨੇ ਕੋਸਾ ਪਾਣੀ ਕਰਕੇ, ਤਤਾ ਪਾਣੀ ਕਰਕੇ ਧੋਏ ਹਨ। ਚਾਂਪਤ ਹੈ ਚਿਤ ਚੌਂਪ ਕਰਨ ਤੇ। ਬੜੇ ਪ੍ਰੇਮ ਨਾਲ ਮੁੱਠੀ ਚਾਪੀ ਕਰਦੇ ਭਾਈ ਸਾਹਿਬ ਦੇ ਚਰਨ ਘੁੱਟਦੇ ਹਨ। ਸਵਾਦਲ ਭੋਜਨ ਕਰ ਅਚਵੰਤੇ। ਔਰ ਵਧੀਆ ਵਧੀਆ ਭੋਜਨ ਬਣਾ ਕੇ ਸਵੇਰੇ ਹੋਰ, ਦੁਪਹਿਰ ਨੂੰ ਹੋਰ, ਸ਼ਾਮ ਨੂੰ ਹੋਰ, ਬਦਲ ਬਦਲ ਕੇ ਦਾਲਾਂ ਸਬਜ਼ੀਆਂ ਪ੍ਰਸ਼ਾਦਾ ਛਕਾਉਂਦੇ ਹਨ ਭਾਈ ਸਾਹਿਬ ਜੀ ਨੂੰ। ਜੋ ਤਬ ਹੁਤੋਪੁਰੀ ਪਹਿ ਪਾਲਾ। ਸਾਧ ਸੰਗਤ ਜੀ, ਉਸ ਜਿਹੜੀ ਕਾਸ਼ੀ ਦਾ ਰਾਜਾ ਸੀ ਨਾ ਉਸ ਵੇਲੇ, ਸਿੱਖ ਗੁਰੂ ਕੋ ਪ੍ਰੀਤ ਵਿਸਾਲਾ, ਉਹ ਬੜਾ ਗੁਰੂ ਘਰ ਨਾਲ ਪ੍ਰੇਮ ਕਰਦਾ ਸੀ। ਉਹਨੂੰ ਗੁਰੂ ਨਾਨਕ ਦੀ ਮਹਿਮਾ ਦਾ ਪਤਾ ਸੀਗਾ, ਕਿਉਂਕਿ ਜਦੋਂ ਗੁਰੂ ਨਾਨਕ ਦੇਵ ਜੀ ਆਏ ਨਾ, ਉਦੋਂ ਰਾਜਾ ਕ੍ਰਿਚਕਾਂ ਦਾ ਉੱਥੇ ਰਾਜ ਕਰਦਾ ਸੀ। ਉਹਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਆਉਣ ਵਾਲੇ ਸਮੇਂ ਦੀ ਸਾਰੀ ਖੇਡ ਦਿਖਾਈ ਸੀ, ਬੜੀ ਕਿਰਪਾ ਕੀਤੀ ਸੀ। ਇੱਥੋਂ ਤੱਕ ਮਹਾਂਪੁਰਸ਼ਾਂ ਤੋਂ ਸੁਣਿਆ, ਕਹਿਣ ਲੱਗਾ, ਮਹਾਰਾਜ ਮੈਨੂੰ ਗੁਰੂ ਗ੍ਰੰਥ ਸਾਹਿਬ ਜਿਹੜਾ ਤੁਸੀਂ ਲਿਖਣਾ ਉਹਦੇ ਅਰਥ ਸੁਣਾਓ। ਮਹਾਰਾਜ ਕਹਿੰਦੇ ਉਹ ਤੇ 5ਵੇਂ ਜਾਮੇ 'ਚ ਲਿਖਣਾ। ਮਹਾਰਾਜ ਕਹਿੰਦੇ ਅਜੇ ਨਹੀਂ ਲਿਖਣਾ, ਅਜੇ 5 ਜਾਮੇ ਬਦਲਾਂਗੇ ਫੇਰ ਗੁਰੂ ਗ੍ਰੰਥ ਸਾਹਿਬ ਲਿਖਾਂਗੇ। ਕਹਿੰਦਾ ਮੈਂ ਭਵਿਸ਼ ਪੁਰਾਣ 'ਚ ਪੜ੍ਹਿਆ, ਉਹਦੇ 'ਚ ਲਿਖਿਆ ਹੋਇਆ ਵੀ ਗੁਰੂ ਨਾਨਕ ਦੇਵ ਜੀ ਜਦੋਂ ਆਉਣਗੇ ਉਹ ਇੱਕ 5ਵਾਂ ਗਿਆਨ ਦਾ ਗ੍ਰੰਥ ਪੈਦਾ ਕਰਨਗੇ। 4 ਵੇਦ ਪਹਿਲਾਂ ਨੇ, 5ਵਾਂ ਉਹ ਪੈਦਾ ਕਰਨਗੇ ਜਿਹੜਾ ਦੁਨੀਆ ਤੋਂ ਬੇੜਾ ਪਾਰ ਕਰ ਦੇਗਾ। ਤੇ ਮਹਾਰਾਜ ਉਹ 5ਵੇਂ ਵੇਦ ਦੇ ਮੈਨੂੰ ਅਰਥ ਕਰ ਦਿਓ। ਮਹਾਰਾਜ ਕਹਿੰਦੇ ਉਹ 5ਵਾਂ ਵੇਦ ਬਣਨਾ ਜਾ ਕੇ 5ਵੇਂ ਜਾਮੇ ਵਿੱਚ। ਕਹਿੰਦਾ ਮਹਾਰਾਜ ਮੈਂ ਉਹਨਾਂ ਚਿਰ ਜਿਉਂਦਾ ਨਹੀਂ ਰਹਿਣਾ, ਮੈਨੂੰ ਹੁਣੇ ਹੀ ਕਿਰਪਾ ਕਰ ਦਿਓ। ਫਿਰ ਸਤਿਗੁਰੂ ਜੀ ਨੇ, ਸਾਧ ਸੰਗਤ ਜੀ, ਉਹਨੂੰ
ਪਹਿਲਾਂ ਤੇ ਉਹਦੀ ਸਰੀਰ ਦੀ ਕਾਇਆ ਨੂੰ ਸੋਧਿਆ ਵੀ ਭਾਈ ਬਹਿਣਾ, ਧਿਆਨ ਲਾਣਾ, ਸਰੀਰ ਨੂੰ ਆਪਣੇ ਠੀਕ ਕਰ। ਸਰੀਰ ਦੀ ਕਿਰਿਆ ਸੋਧ ਕੇ ਤੇ ਫਿਰ ਉਹਨੂੰ ਮਹਾਰਾਜ ਜਲ ਦੇ ਵਿੱਚ ਲੈ ਜਾ ਕੇ ਸਾਰੀ ਬਾਣੀ ਜਿਹੜੀ ਹੈ ਨਾ ਪਹਿਲਾਂ ਹੀ ਸੁਣਾਤੀ ਸੀ। ਇੰਨਾ ਬ੍ਰਹਮ ਗਿਆਨ ਹੋ ਗਿਆ ਸੀ, ਉਹ ਮੁਕਤ ਹੋ ਗਿਆ ਸੀ। ਨਾਲ ਮਹਾਰਾਜ ਨੇ ਕਹਿਤਾ ਸੀ ਵੀ ਇਹ ਪੰਡਤਾਂ ਨੂੰ ਨਾ ਦੱਸ ਦੇਈ, ਇਹਨਾਂ ਨੇ ਤੇ ਹੁਣੇ ਹੀ ਗੁਰਬਾਣੀ ਦਾ ਵਪਾਰ ਕਰਨਾ ਸ਼ੁਰੂ ਕਰ ਦੇਣਾ। ਇਹ ਪੰਜਵੇਂ ਜਾਮੇ 'ਚ ਪ੍ਰਗਟ ਹੋਣੀ ਹੈ ਬਾਣੀ, ਪਹਿਲਾਂ ਤੋਂ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰਬਾਣੀ ਵਰਤੀ ਚੌਂ ਯੁੱਗ ਅੰਤਰ, ਗੁਰਬਾਣੀ ਚੌਵਾਂ ਯੁੱਗਾਂ ਵਿੱਚ ਹੈ। ਗੁਰਬਾਣੀ ਪੰਜਵੇਂ ਜਾਮੇ 'ਚ ਪ੍ਰਗਟ ਹੋਈ ਹੈ, ਆ ਤਾਂ ਧੁਰ ਤੋਂ ਰਹੀ ਹੈ, ਆਖੋ ਸ੍ਰੀ ਵਾਹਿਗੁਰੂ। ਸੋ ਇਸ ਤਰ੍ਹਾਂ ਉੱਥੇ ਕੌਤਕ ਵਰਤਾਏ ਸੀ। ਉੱਥੋਂ ਦਾ ਹੁਣ ਜਿਹੜਾ ਰਾਜਾ ਹੈ ਕਾਸ਼ੀ ਦਾ, ਉਹ ਵੀ ਸਤਿਗੁਰੂ ਜੀ ਨੂੰ ਮੰਨਦਾ ਹੈ। ਸੁਨ ਮਹਿਮਾ ਇਸ ਕੀ ਬੁਲਵਾਇਓ। ਜਦੋਂ ਕਾਸ਼ੀ ਦੇ ਰਾਜੇ ਨੇ ਸੁਣਿਆ ਵੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਘਰ ਦੇ ਮਹਾਨ ਗੁਰਸਿੱਖ ਔਰ ਗੁਰੂ ਅਰਜਨ ਦੇਵ ਜੀ ਦੇ ਵੱਡੇ ਪ੍ਰਚਾਰਕ ਸਿੱਖੀ ਦੇ ਭਾਈ ਗੁਰਦਾਸ ਜੀ ਆਏ ਨੇ, ਉਹ ਬੜਾ ਖੁਸ਼ ਹੋਇਆ। ਉਸ ਨੇ ਭਾਈ ਸਾਹਿਬ ਨੂੰ ਆਪਣੇ ਮਹਿਲਾਂ ਵਿੱਚ ਸੱਦਿਆ। ਹੁਣ ਵੀ ਉਹਦੇ ਮਹਿਲਾਂ 'ਚ ਪ੍ਰਕਾਸ਼ ਹੁੰਦਾ। ਦਾਸ 2015 ਵਿੱਚ ਉੱਥੇ ਸਪੈਸ਼ਲ ਇਹ ਸਾਰੇ ਅਸਥਾਨਾਂ ਦੇ ਦਰਸ਼ਨ ਕਰਕੇ ਆਏ। ਰਾਜੇ ਦੇ ਮਹਿਲਾਂ ਦੇ ਅੰਦਰ ਉਹ ਜਿੱਥੇ ਭਾਈ ਗੁਰਦਾਸ ਜੀ ਕਥਾ ਕਰਦੇ ਸੀ, ਉਹ ਜਗ੍ਹਾ ਅੰਦਰ ਹਰ ਇੱਕ ਨੂੰ ਨਹੀਂ ਜਾਣ ਦਿੰਦੇ ਉਹ, ਕਿਉਂਕਿ ਰਾਜੇ ਦਾ ਪਰਸਨਲ ਮਹਿਲ ਹੈ। ਪਰ ਭਾਈ ਸਾਹਿਬ ਜਿੱਥੇ ਬੈਠਦੇ ਸੀ ਉੱਥੇ ਹੁਣ ਗੁਰੂ ਗ੍ਰੰਥ ਸਾਹਿਬ ਅਜੇ ਵੀ ਪ੍ਰਕਾਸ਼ ਹੁੰਦਾ। ਸਰਕਾਰੀ ਤੌਰ ਤੇ ਸਿੰਘ ਨੂੰ, ਸੇਵਾਦਾਰ ਨੂੰ ਉਹ ਤਨਖਾਹ ਵੀ ਦਿੰਦੇ, ਉਹਨਾਂ ਨੇ ਬੰਦਾ ਰੱਖਿਆ ਹੋਇਆ ਸੇਵਾ ਕਰਨ ਲਈ, ਗ੍ਰੰਥੀ ਸਿੰਘ। ਇਸ ਤਰ੍ਹਾਂ ਸਾਧ ਸੰਗਤ ਜੀ ਭਾਈ ਸਾਹਿਬ ਜੀ ਦਾ ਸਤਿਕਾਰ ਕਰਨ ਲਈ ਰਾਜੇ ਨੇ ਮਹਿਲਾਂ ਵਿੱਚ ਸੱਦਿਆ ਹੈ। ਕਹਿ ਉੱਚ ਆਸਨ ਪਰ ਬੈਠਾਇਓ। ਰਾਜੇ ਨੇ ਨਾ ਆਪਣੇ ਤੋਂ ਉੱਪਰ ਆਸਣ ਲਵਾਇਆ, ਭਾਈ ਸਾਹਿਬ ਨੂੰ ਬਹਿਣ ਲਈ ਉੱਚੀ ਥਾਂ ਦਿੱਤੀ ਹੈ। ਬੂਝਤ ਭਇਓ ਗੁਰੂ ਕੀ ਗਾਥਾ। ਤੇ ਮਹਾਰਾਜ ਨੂੰ ਮੱਥਾ ਟੇਕ ਕੇ ਭਾਈ ਗੁਰਦਾਸ ਜੀ ਨੂੰ ਕਹਿਣ ਲੱਗਾ, ਭਾਈ ਸਾਹਿਬ ਜੀ ਸਤਿਗੁਰਾਂ ਦੇ ਬਾਰੇ ਦੱਸੋ, ਕਿਉਂਕਿ ਮੇਰੇ ਗੁਰੂ ਨਾਨਕ ਦੀ ਮੈਂ ਬੜੀ ਮਹਿਮਾ ਸੁਣੀ ਹੈ, ਪਰ ਮੈਂ ਗੁਰੂ ਜੀ ਦੇ ਦਰਸ਼ਨ ਨਹੀਂ ਕੀਤੇ, ਤੇ ਮੈਂ ਉਹਨਾਂ ਦਾ ਸਿੱਖਿਆ, ਉਹਨਾਂ ਨੂੰ ਮੰਨਦਾ, ਉਹਨਾਂ ਦੀ ਬਾਣੀ ਪੜ੍ਹਦਾ। ਮੈਨੂੰ ਉਹਨਾਂ ਦੀ ਬਾਣੀ ਸੁਣਾਓ, ਮੈਨੂੰ ਉਹਨਾਂ ਦੇ ਬਚਨ ਸੁਣਾਓ। ਤਬ ਗੁਰਦਾਸ ਭਨੀ ਨਿਰਪ ਸਾਥਾ। ਰਾਜੇ ਦਾ ਪ੍ਰੇਮ ਵੇਖ ਕੇ, ਰਾਜੇ ਦੀ ਸ਼ਰਧਾ ਵੇਖ ਕੇ ਭਾਈ ਗੁਰਦਾਸ ਜੀ ਦੱਸਦੇ ਹਨ, ਸਤਿਗੁਰ ਥਿਰੇ ਸੁਦਾ ਸਰ ਰਾਜੈ। ਮਹਾਰਾਜ ਭਾਈ ਗੁਰਦਾਸ ਜੀ ਕਹਿੰਦੇ ਵੀ ਇਸ ਵੇਲੇ 6ਵੇਂ ਪਾਤਸ਼ਾਹ ਅੰਮ੍ਰਿਤਸਰ ਵਿੱਚ ਬਿਰਾਜਮਾਨ ਹਨ। ਜਪੇ ਨਾਮ ਦਰਸ਼ਨ ਦੁਖ ਭਜੈ। ਐਸੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਹਨ ਵੀ ਜਿਨ੍ਹਾਂ ਦਾ ਨਾਮ ਲੈਣ ਨਾਲ ਹੀ ਦੁੱਖ ਕੱਟੇ ਜਾਂਦੇ ਹਨ। ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਾਰੀ ਸੰਗਤ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਨਾਂ ਲੈਣ ਨਾਲ ਹੀ ਜਮ ਭੱਜ ਜਾਂਦੇ ਨੇ। ਪ੍ਰਤਾਪ ਤੁਮਾਰਾ ਦੇਖ ਕੇ ਜਮਦੂਤ ਛੱਡ ਜਾਏ, ਮਨ ਦੀ ਮੈਲ ਉਤਰ ਜਾਂਦੀ ਹੈ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਯਾਦ ਕਰਨ ਨਾਲ। ਨਿਜ ਬਾਣੀ ਮਹਿ ਗੁਰ ਜਸ ਗਾਇਓ। ਆਪਣੀ ਬਾਣੀ ਦੇ ਵਿੱਚ ਭਾਈ ਗੁਰਦਾਸ ਜੀ ਨੇ ਗੁਰੂ ਦਾ ਜਸ ਸੁਣਾਇਆ ਰਾਜੇ ਨੂੰ। ਭਾਈ ਸਾਹਿਬ ਨੇ ਆਪਣੀ ਪੌੜੀ ਪੜ੍ਹੀ, ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਪੰਜਨ ਗੁਰ ਸੂਰਮਾ ਬੜ ਜੋਦਾ ਬਹੁ ਪਰ ਉਪਕਾਰੀ। ਇਉਂ ਭਾਈ ਸਾਹਿਬ ਗੁਰਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਗਾਉਂਦੇ ਹਨ। ਕਹਿ ਬਹੁ ਬਿਦ ਮਹਿਪਾਲ ਸੁਨਾਇਓ। ਰਾਜੇ ਨੂੰ ਸਤਿਗੁਰਾਂ ਦੀ ਮਹਿਮਾ ਸੁਣਾਈ। ਰਾਜਾ ਬੜਾ ਹੀ ਗਦਗਦ ਹੋਇਆ, ਬੜਾ ਖੁਸ਼ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਮਹਿਮਾ ਸੁਣ ਕੇ। ਸੁਨ ਹਰਖਿਓ ਸ਼ਬ ਥਾਨ ਉਤਾਰਾ। ਤੇ ਭਾਈ ਸਾਹਿਬ ਵਾਸਤੇ ਉਹਨੇ ਮਹਿਲਾਂ ਵਿੱਚ ਵੱਖਰੀ ਥਾਂ ਬਣਾਈ। ਭਾਈ ਸਾਹਿਬ ਦੀ ਮਰਜ਼ੀ ਉੱਥੇ ਰਹਿਣ, ਭਾਈ ਸਾਹਿਬ ਦੀ ਮਰਜ਼ੀ ਹੈ ਆਪਣੇ ਸਥਾਨ ਚੇਤਨ ਮੱਠ ਤੇ ਰਹਿਣ। ਕਥਾ ਦਰਬਾਰ ਵਿੱਚ ਭਾਈ ਸਾਹਿਬ ਹੀ ਕਰਿਆ ਕਰਨਗੇ, ਇਹ ਰਾਜੇ ਨੇ ਕਹਿਤਾ। ਬੜੇ ਬੜੇ ਪੰਡਿਤ ਕਾਸ਼ੀ ਵਿੱਚ ਵਿਦਵਾਨ ਸਾਧ ਸੰਗਤ ਜੀ, ਪਰ ਭਾਈ ਸਾਹਿਬ ਦੇ ਬਰਾਬਰ ਕੋਈ ਨਹੀਂ। ਇੰਨੀ ਉੱਚੀ ਵਿਦਿਆ ਭਾਈ ਸਾਹਿਬ, 4 ਵੇਦ 6 ਸ਼ਾਸਤਰ 27 ਸਿਮਰਤੀਆਂ 18 ਪੁਰਾਣ 9 ਵਿਆਕਰਣ ਜ਼ਬਾਨੀ ਯਾਦ ਸਨ ਭਾਈ ਗੁਰਦਾਸ ਜੀ। ਐਵੇਂ ਤਾਂ ਨਹੀਂ ਕਹਿੰਦੇ ਗੁਰਮਤਿ ਦੇ ਵੇਦ ਵਿਆਸ। ਭਾਈ ਸਾਹਿਬ ਜੀ ਫਾਰਸੀ ਦੇ
ਅਰਬੀ ਦੇ, ਉਰਦੂ ਦੇ, ਬਹੁਤ ਸਾਰੀਆਂ ਭਾਸ਼ਾ ਦੇ ਵੱਡੇ ਆਲਮ ਫਾਜ਼ਲ ਵਿਦਵਾਨ ਸਨ। ਉਹਨਾਂ ਦੀ ਵਿਦਵਤਾ ਦੀ ਧਾਕ ਪੈ ਗਈ ਕਾਸ਼ੀ ਦੇ ਵਿੱਚ। ਪੁਨ ਗੁਰ ਸਿੱਖ ਨਿਰਭ ਹੈ ਉਚਾਰਾ। ਕਹਿੰਦੇ ਗੁਰੂ ਕੇ ਸਿੱਖਾਂ ਨੇ ਰਾਜੇ ਨੂੰ ਕਿਹਾ ਰਾਮਦਾਸ ਗੁਰ ਅਰਜਨ ਪਾਸ। ਕਿ ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ, ਰਹਿਤ ਭਇਓ ਪੂਰਬ ਗੁਰਦਾਸ। ਇਹ ਭਾਈ ਗੁਰਦਾਸ ਜੀ ਉਹਨਾਂ ਕੋਲ ਰਹੇ ਨੇ। ਭਾਈ ਗੁਰਦਾਸ ਜੀ ਕੋਈ ਛੋਟੀ ਮੋਟੀ ਹਸਤੀ ਨਹੀਂ ਹਨ। ਇਹ ਸਿੱਖ ਧਰਮ ਦੇ ਵੱਡੇ ਮਹਾਂਪੁਰਸ਼ਾਂ 'ਚ ਗਿਣੇ ਜਾਂਦੇ। ਪਹਿਲਾ ਨੰਬਰ ਬਾਬਾ ਬੁੱਢਾ ਸਾਹਿਬ ਜੀ ਦਾ ਹੁੰਦਾ ਤੇ ਦੂਜਾ ਭਾਈ ਗੁਰਦਾਸ ਜੀ ਦਾ ਹੁੰਦਾ। ਇਹੋ ਜਿਹੀ ਮਹਾਨ ਹਸਤੀ ਆਈ ਹੈ ਸਾਡੇ ਵਿੱਚ। ਅਬ ਸ਼੍ਰੀ ਹਰਗੋਬਿੰਦ ਬਹੁ ਸੇਵਾ। ਹੁਣ ਗੁਰੂ ਹਰਗੋਬਿੰਦ ਸਾਹਿਬ ਦੀ ਵੀ ਇਹਨਾਂ ਨੇ ਸੇਵਾ ਕੀਤੀ। ਇਹਨਾਂ ਨੇ ਗੁਰੂ ਅਮਰਦਾਸ ਜੀ ਦੇ ਭਤੀਜੇ ਹਨ ਔਰ ਗੁਰੂ ਰਾਮਦਾਸ ਜੀ ਦੇ ਧਰਮ ਪਤਨੀ ਮਾਤਾ ਬੀਬੀ ਭਾਨੀ ਜੀ ਦੇ ਭਰਾ ਹਨ ਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਹਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਦੀ ਦੇ ਭਰਾ ਹੋਣ ਕਰਕੇ ਦਾਦਾ ਜੀ ਵੀ ਹਨ। ਇਉਂ ਇਹਨਾਂ ਦਾ ਗੁਰੂ ਘਰ 'ਚ ਰਿਸ਼ਤਾ ਵੀ ਹੈ ਤੇ ਸਿੱਖੀ ਵੀ ਇਹਨਾਂ ਨੇ ਬਹੁਤ ਕਮਾਈ ਹੈ। ਮਹਾਨ ਸਿੱਖ ਹਨ ਗੁਰੂ ਘਰ ਦੇ। ਮਹਿਮਾ ਇਸ ਕੀ ਸਮ ਗੁਰਦੇਵ। ਵੇ ਰਾਜਾ ਜੀ, ਇਹ ਕੋਈ ਆਮ ਸਿੱਖ ਨਹੀਂ ਆਇਆ ਤੁਹਾਡੇ ਕੋਲ। ਇਹੋ ਜਿਹਾ ਸਿੱਖ ਹੈ ਵੀ ਸਾਨੂੰ ਜੇ ਲੱਗਦਾ ਵੀ ਗੁਰੂ ਵਿੱਚ ਦੇ 'ਚ ਫਰਕ ਹੀ ਕੋਈ ਨਹੀਂ। ਇਹਨਾਂ ਦਾ ਸਥਾਨ ਵੀ ਗੁਰਦੇਵ ਵਰਗਾ ਹੀ ਹੈ। ਜਿਹੋ ਜਿਹਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਰੁਤਬਾ ਹੈ, ਉੱਦਾਂ ਹੀ ਉਹਨਾਂ ਦੇ ਮਹਾਨ ਸਿੱਖ ਭਾਈ ਗੁਰਦਾਸ ਜੀ ਦੀ ਪੋਜੀਸ਼ਨ ਹੈ। ਗੁਰੂ ਸਮੀਪੀ ਇਹ ਚਿਰਕਾਲੂ। ਇਹ ਬਹੁਤ ਲੰਮੇ ਸਮੇਂ ਤੋਂ ਬਚਪਨ ਤੋਂ ਗੁਰੂ ਦੀ ਗੋਦ 'ਚ ਖੇਡੇ ਹਨ। ਜਵਾਨੀ ਇਹਨਾਂ ਦੀ ਗੁਰੂ ਦੀ ਸੇਵਾ 'ਚ ਲੰਘੀ ਹੈ। ਇਹਨਾਂ ਦੀ ਬਜ਼ੁਰਗ ਅਵਸਥਾ 'ਚ ਵੀ ਇਹਨਾਂ ਨੇ ਆਪਣੇ ਗੁਰੂ ਦੀ ਸੇਵਾ ਛੱਡੀ ਨਹੀਂ। ਇਹ ਗੁਰੂ ਦੇ ਮਹਾਨ ਸੇਵਕ ਹਨ। ਕਰਵਾਏ ਕਹਿ ਸਿੱਖ ਨਿਹਾਲੂ। ਇਹਨਾਂ ਨੇ ਬੇਅੰਤ ਸਿੱਖਾਂ ਨੂੰ ਬਾਣੀ ਨਾਲ ਜੋੜਿਆ ਹੈ। ਬਹੁਤ ਪ੍ਰਚਾਰ ਇਹਨਾਂ ਨੇ ਦੇਸਾਂ ਪ੍ਰਦੇਸਾਂ 'ਚ ਸਿੱਖੀ ਦਾ ਕੀਤਾ ਹੈ। ਇਤਿਆਦਿਕ ਮਹਿਮਾ ਸੁਨ ਪਹਾਰੀ। ਇਸ ਤਰ੍ਹਾਂ ਸਾਧ ਸੰਗਤ ਜੀ ਰਾਜੇ ਨੂੰ ਜਦੋਂ ਸਿੱਖਾਂ ਨੇ ਦੱਸਿਆ, ਰਾਜੇ ਦੀ ਹੋਰ ਸ਼ਰਧਾ ਹੋ ਗਈ। ਕਿਉਂਕਿ ਜਿਉਂ-ਜਿਉਂ ਬੰਦਾ ਸੁਣਦਾ, ਜਿਉਂ-ਜਿਉਂ ਵਰਤਦਾ, ਪਤਾ ਲੱਗਦਾ। ਅਸੀਂ ਕਈ ਵਾਰੀ ਕਿਸੇ ਬੰਦੇ ਬਾਰੇ ਉਲਟਾ ਖਿਆਲ ਵੀ ਪੈਦਾ ਕਰ ਲੈਂਦੇ ਹਾਂ। ਫਲਾਣਾ ਬੰਦਾ ਜੀ ਉਹ ਤਾਂ ਜੀ RSS ਦਾ, ਫਲਾਣਾ ਬੰਦਾ ਜੀ ਉਹਦੇ ਫਲਾਣੀ ਏਜੰਸੀ ਦਾ ਬੰਦਾ, ਉਹ ਬੰਦਾ ਜੀ ਉਹ ਸਰਕਾਰ ਦਾ ਬੰਦਾ। ਸਾਧ ਸੰਗਤ ਜੀ, ਇੱਦਾਂ ਵੀ ਅਸੀਂ ਅੱਜ ਕੱਲ੍ਹ ਸ਼ੱਕ ਦੀ ਨਿਗਾਹ ਵਿੱਚ ਇੱਕ ਦੂਜੀ ਪ੍ਰਤੀ ਸਿੱਖਾਂ ਦੇ ਵਿੱਚ ਹਾਲਾਤ ਮਾੜੇ ਹੈ। ਪਰ ਗੁਰੂ ਕਾ ਸਿੱਖ ਜਿਹੜਾ ਨਾ, ਉਹ ਗੁਰੂ ਕੇ ਸੁਗੰਧੀ ਵੇਖੇ ਵੀ ਗੁਰੂ ਦੀ ਖੁਸ਼ਬੂ ਆਉਂਦੀ ਹੈ। ਕੋਈ ਗੁਰਮਤ, ਕੋਈ ਰਹਿਣੀ ਬਹਿਣੀ, ਕੋਈ ਗੁਰੂ ਵਾਲੀ ਹੈ। ਪਹਿਲੇ ਨੰਬਰ 'ਤੇ ਅਸੀਂ ਸਿੱਖਿਆ। ਪਾਰਟੀਆਂ, ਏਜੰਸੀਆਂ ਬਾਅਦ ਦੀਆਂ ਗੱਲਾਂ ਹਨ। ਫਿਰਕੇ, ਸੰਪਰਦਾਵਾਂ ਬਾਅਦ ਦੀਆਂ ਗੱਲਾਂ। ਪਹਿਲਾਂ ਆਪਾਂ ਸਾਰੇ ਭਰਾ ਹਾਂ ਤੇ ਗੁਰੂ ਸਾਡਾ ਪਿਓ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਏਕ ਪਿਤਾ ਏਕਸ ਕੇ ਹਮ ਬਾਰਿਕ। ਸਾਡਾ ਇੱਕ ਪਿਓ ਹੈ, ਅਸੀਂ ਇੱਕ ਦੇ ਬੱਚੇ ਹਾਂ। ਇਹ ਜਿਹੜੀ ਜਦੋਂ ਕਿਸੇ ਨਾਲ ਵਰਤੀਏ, ਕਿਸੇ ਨਾਲ ਰਹੀਏ, ਕਹਿੰਦੇ ਰਾਹ ਪਿਆ ਜਾਣੀਏ ਜਾਂ ਵਾਹ ਪਿਆ ਜਾਣੀਏ। ਸਿਆਣਿਆਂ ਦੀ ਕਹਾਵਤ। ਕਿਸੇ ਪਾਸੇ ਤੁਸੀਂ ਰਸਤੇ ਤੁਰੋਗੇ ਤੇ ਤੁਹਾਨੂੰ ਪਤਾ ਲੱਗੇਗਾ ਵੀ ਉਸ ਰਸਤੇ 'ਚ ਕਿੰਨੇ ਸ਼ਹਿਰ ਆਉਂਦੇ ਆ, ਕਿੰਨੇ ਪਿੰਡ ਆਉਂਦੇ ਆ, ਕਿੱਡੇ ਅੱਡੇ ਆਉਂਦੇ ਆ, ਕਿੱਦਾਂ ਦਾ ਉਹ ਰਸਤਾ ਹੈ। ਚੰਗੀ ਸੜਕ ਹੈ, ਟੁੱਟੀ ਹੈ, ਉਹਦਾ 'ਚ ਕਿੱਦਾਂ ਦੀਆਂ ਦਿੱਕਤਾਂ ਨੇ, ਕਿੱਦਾਂ ਦੀਆਂ ਉਹਦੀਆਂ ਸਹੂਲਤਾਂ ਨੇ। ਰਾਹ ਪਿਆ ਜਾਣੀਏ ਜਾਂ ਵਾਹ ਕਿਸੇ ਬੰਦੇ ਨਾਲ ਵਾਹ ਪੈ ਜੇ, ਉਹਦੇ ਨਾਲ ਰਹਿਣਾ ਪੈ ਜੇ, ਉਹਨੂੰ ਮਿਲੋ ਗਿਲੋ, ਉਹਦੇ ਨਾਲ ਗੱਲਬਾਤ ਕਰੋ, ਤਾਂ ਤੁਸੀਂ ਉਹਦੇ ਬਾਰੇ ਕੁਝ ਨਿਰਣਾ ਲੈ ਸਕਦੇ। ਐਵੇਂ ਹੀ ਕੋਈ ਬੰਦਾ ਬੈਠਾ ਹੋਵੇ ਇੱਥੋਂ ਲੱਖਾਂ ਮੀਲ ਦੂਰ ਤੇ ਆਪਾਂ ਉਹਦੇ ਬਾਰੇ ਸੋਚੀ ਜਾਈਏ, ਉਹ ਤਾਂ ਜੀ ਫਲਾਣਾ ਬੰਦਾ ਇੱਦਾਂ ਦਾ, ਪਤਾ ਨਹੀਂ ਲੱਗਦਾ। ਇਸ ਕਰਕੇ ਖਾਲਸਾ ਜੀ, ਕਦੀ ਵੀ ਕਿਸੇ ਬੰਦੇ ਬਾਰੇ ਤੁਸੀਂ ਪਹਿਲਾਂ ਉਹਦੇ ਨਾਲ ਵਰਤੋ। ਜਾਣੋਗੇ, ਅੱਜ ਹੋਰ ਸੁਣੋਗੇ, ਕੱਲ ਹੋਰ, ਪਰਸੋਂ ਹੋਰ, ਨੇੜੇ ਲੱਗੋਗੇ, ਉਹਦੀਆਂ ਚੰਗਿਆਈਆਂ ਵੀ ਪਤਾ ਲੱਗ ਜਾਣਗੀਆਂ, ਉਹਦੀਆਂ ਬੁਰਾਈਆਂ ਵੀ ਪਤਾ ਲੱਗ ਜਾਣਗੀਆਂ। ਹਰ ਬੰਦੇ 'ਚ ਗੁਣ ਵੀ ਹੁੰਦੇ ਆ, ਹਰ ਬੰਦੇ 'ਚ ਔਗਣ ਵੀ ਹੁੰਦੇ ਆ। ਪਤਾ ਉਦੋਂ ਲੱਗਦੇ ਜਦੋਂ ਅਸੀਂ ਨੇੜੇ ਜਾਂਦੇ ਹਾਂ। ਭਾਈ ਸਾਹਿਬ ਗੁਰਦਾਸ ਜੀ ਦਾ ਤਾਂ ਜੀਵਨ ਬੜਾ ਮਹਾਨ ਸੀਗਾ। ਸਿੱਖਾਂ ਨੇ ਦੱਸਿਆ ਰਾਜੇ ਨੂੰ ਵੀ ਇਹ ਕੋਈ ਛੋਟੀ ਹਸਤੀ ਨਹੀਂ ਆਏ, ਇਹ ਗੁਰੂ ਘਰ ਦੇ ਥੰਮ ਹਨ। ਹਾਂਜੀ, ਭਗ ਪਾਹੁਲ ਲੈਬੇ ਇਛਤ ਹਰੀ। ਰਾਜੇ ਨੇ ਇੱਛਾ ਕੀਤੀ, ਕਹਿਣ ਲੱਗਾ ਜੀ ਮੈਨੂੰ ਵੀ ਚਰਨ ਪੌਲ ਦਿਓ। ਪਹਿਲਾਂ ਗੁਰੂ ਘਰ ਦੀ ਮਰਿਆਦਾ ਸੀ, 10ਵੇਂ ਪਾਤਸ਼ਾਹ ਨੇ ਖੰਡੇ ਦਾ ਅੰਮ੍ਰਿਤ ਛਕਾਇਆ
ਪਹਿਲਾਂ ਚਰਨਾਂ ਦਾ ਅੰਮ੍ਰਿਤ ਛਕਾਉਂਦੇ ਸੀ। ਚਰਨ ਦਾ ਅੰਗੂਠਾ ਧੋ ਕੇ ਸਿੱਖ ਨੂੰ ਪਿਆਉਂਦੇ ਸੀ। ਚਰਨ ਧੋਏ ਰਹਿ ਰਾਸ ਕਰ ਚਰਣਾ ਅੰਮ੍ਰਿਤ ਗੁਰਸਿੱਖਾਂ ਪਿਲਾਇਆ। ਉਹਦਾ ਮਤਲਬ ਇਹ ਸੀ ਵੀ ਮਨ ਵਿੱਚ ਨਿਮਰਤਾ ਆ ਜਾਏ। ਜੇ ਤੁਸੀਂ ਰੱਬ ਵੱਲ ਜਾਣਾ ਚਾਹੁੰਦੇ ਹੋ ਨਾ, ਪਰਮਾਰਥ ਵੱਲ, ਪਰਮੇਸ਼ਰ ਵੱਲ, ਤਾਂ ਉਹਦੇ ਲਈ ਤੁਹਾਨੂੰ ਮਨ ਨੀਵਾਂ ਕਰਨਾ ਪੈਣਾ। ਤੇ ਮਨ ਨੀਵਾਂ ਉਦੋਂ ਹੋ ਜਾਂਦਾ ਜਦੋਂ ਅਸੀਂ ਕਿਸੇ ਦੇ ਪੈਰ ਧੋ ਕੇ ਪੀ ਲੈਂਦੇ, ਗੁਰੂ ਦੇ ਚਰਨ ਧੋ ਕੇ ਪੀ ਲੈ। ਸਮਝੋ ਸਾਡਾ ਮਨ ਅੱਜ ਤੋਂ ਗੁਰੂ ਦਾ ਹੋ ਗਿਆ। ਆਖੋ ਸ੍ਰੀ ਵਾਹਿਗੁਰੂ। ਗੁਰੂ ਸਾਡੇ ਲਈ ਸਾਰਾ ਕੁਝ ਹੈ। ਗੁਰੂ ਤੋਂ ਵੱਡਾ ਸਾਡੇ ਲਈ ਕੋਈ ਨਹੀਂ। ਅਸੀਂ ਗੁਰੂ ਦੇ ਪੈਰ ਧੋ ਕੇ ਪੀ ਲਏ ਨੇ, ਹੋਰ ਇਸ ਤੋਂ ਵੱਧ ਕੇ ਗੁਰੂ ਅੱਗੇ ਕੀ ਸਿਲੰਡਰ ਕਰੀਏ। ਇੱਦਾਂ ਸਾਰਾ ਕੁਝ ਸਮਰਪਣ ਕਰ ਦੇਣ। ਉਹਨੂੰ ਕਹਿੰਦੇ ਸੀ ਚਰਨ ਅੰਮ੍ਰਿਤ। ਰਾਜੇ ਨੇ ਕਿਹਾ ਮੈਨੂੰ ਚਰਨ ਪੌਲ ਦੇ ਕੇ ਸਿੱਖ ਬਣਾ ਲਓ। ਪੰਚਾਮ੍ਰਿਤ ਘਨੋ ਕਰਵਾਏ। ਰਾਜੇ ਨੇ ਬਹੁਤ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਤਿਆਰ ਕਰਵਾਈਆਂ ਨਿਕਟ ਲੀਨ ਗੁਰਦਾਸ ਬੁਲਾਏ। ਤੇ ਭਾਈ ਸਾਹਿਬ ਨੂੰ ਆਪਣੇ ਕੋਲ ਸੱਦ ਲਿਆ। ਮਹਿਲਾਂ ਦੇ ਵਿੱਚ, ਜਿੱਥੇ ਅੱਜ ਕੱਲ੍ਹ ਕਿਲ੍ਹਾ ਬਨਾਰਸ ਦਾ, ਉਹ ਗੰਗਾ ਦੇ ਕਿਨਾਰੇ ਤੇ ਦੂਜੇ ਪਾਸੇ ਹੈ ਤੇ ਉਰਲੇ ਪਾਸੇ ਸ਼ਹਿਰ ਵਸਿਆ ਹੋਇਆ। ਉੱਥੇ ਸਾਧ ਸੰਗਤ ਜੀ ਭਾਈ ਸਾਹਿਬ ਨੂੰ ਸੱਦਿਆ ਹੈ। ਹੱਥ ਜੋੜ ਕਹਿ ਪਾਹੁਲ ਦੇਹੋ। ਹੱਥ ਜੋੜ ਕੇ ਰਾਜਾ ਖੜਾ ਹੋ ਗਿਆ। ਕਹਿੰਦਾ ਜੀ ਮੈਨੂੰ ਚਰਨ ਪੌਲ ਦਿਓ, ਮੁਕਹੁ ਸਿੱਖ ਸਕਲ ਬਿਦ ਕਹਿ। ਮੈਨੂੰ ਆਪਣਾ ਸਿੱਖ ਬਣਾ ਲਓ। ਪਗ ਪਾਹੁਲ ਦੇ ਤਬ ਗੁਰਦਾਸ। ਭਾਈ ਸਾਹਿਬ ਨੂੰ ਗੁਰੂ ਸਾਹਿਬ ਨੇ ਅਧਿਕਾਰ ਦਿੱਤੇ ਹੋਏ ਸੀ। ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਚਰਨ ਪੌਲ ਦਿੰਦੇ ਸੀ। ਜਿਹੜੇ 22 ਮੰਜੀਆਂ ਬਣਾਈਆਂ ਗੁਰੂ ਅਮਰਦਾਸ ਜੀ ਨੇ, ਉਹਨਾਂ ਨੂੰ ਵੀ ਅਧਿਕਾਰ ਦਿੱਤਾ ਸੀ ਵੀ ਤੁਸੀਂ ਵੀ ਚਰਨ ਪੌਲ ਦੇ ਸਕਦੇ ਹੋ। ਭਾਈ ਗੁਰਦਾਸ ਜੀ ਨੂੰ ਵੀ ਅਧਿਕਾਰ ਮਿਲਿਆ ਸੀ ਸਿੱਖੀ ਫੈਲਾਉਣ ਵਾਸਤੇ। ਤੋ ਇਸ ਤਰ੍ਹਾਂ ਭਾਈ ਸਾਹਿਬ ਨੇ ਉਸ ਨੂੰ ਚਰਨ ਪੌਲ ਦੇ ਕੇ ਭਇਓ ਮਹਾਨ ਭਉ ਨਿਰਪ ਪਾਸ। ਰਾਜੇ ਦੇ ਮਨ 'ਚ ਸਿੱਖੀ ਦਾ ਬੂਟਾ ਲਾ ਦਿੱਤਾ। ਸ਼ਰਧਾ ਭਗਤੀ ਗਿਆਨ ਦੇਤਾ। ਗੁਰਮੰਤਰ ਵਾਹਿਗੁਰੂ ਜਪਣ ਨੂੰ ਦੇ ਦਿੱਤਾ। ਜਬ ਨਿਰਪ ਭਇਓ ਸਿੱਖ ਇਸ ਕੇਰਾ। ਜਦੋਂ ਰਾਜਾ ਭਾਈ ਗੁਰਦਾਸ ਦਾ ਸੇਵਕ ਬਣ ਗਿਆ, ਗੁਰ ਮਹਿ ਜਸ ਪ੍ਰਗਟਾਇਓ ਬਡੇਰਾ। ਸਾਰੀ ਕਾਸ਼ੀ ਵਿੱਚ ਭਾਈ ਸਾਹਿਬ ਜੀ ਰਾਜਗੁਰੂ ਬਣ ਗਏ। ਰਾਜਗੁਰੂ ਕਹਿੰਦੇ ਜਿਹੜਾ ਰਾਜੇ ਦਾ ਗੁਰੂ ਹੋਵੇ, ਜਿਹੜਾ ਰਾਜੇ ਦਾ ਗੁਰੂ ਹੋਵੇ ਉਹਨੂੰ ਸਾਰੇ ਸਤਿਕਾਰ ਦਿੰਦੇ ਆ, ਉਹਨੂੰ ਬੜਾ ਇੱਜ਼ਤ ਮਾਣ ਮਿਲਦਾ। ਪੰਡਿਤ ਵੀ ਹੱਥ ਜੋੜ ਜੋੜ ਕੇ ਮੱਥਾ ਟੇਕਣ ਲੱਗ ਪਏ। ਅਪਰ ਲੋਕ ਸਿੱਖ ਭਏ ਸੋ ਆਏ। ਕਾਸ਼ੀ ਦੇ ਵਿੱਚ ਜਦੋਂ ਭਾਈ ਸਾਹਿਬ ਰਾਜਗੁਰੂ ਬਣ ਗਏ ਤੇ ਹੋਰ ਜਿਹੜੇ ਕਾਸ਼ੀ ਦੇ ਬਹੁਤ ਲੋਕ, ਹਜ਼ਾਰਾਂ ਦੀ ਤਾਦਾਦ 'ਚ, ਉਹ ਵੀ ਭਾਈ ਸਾਹਿਬ ਦੇ ਸਿੱਖ ਬਣ ਗਏ। ਉਹ ਕਹਿਣ ਲੱਗੇ ਜੀ ਸਾਨੂੰ ਕਿਰਪਾ ਕਰੋ, ਸਾਨੂੰ ਗੁਰੂ ਨਾਨਕ ਦੇ ਲੜ ਲਾ ਦਿਓ। ਅਸੀਂ ਬੜਾ ਭਟਕ ਲਿਆ, ਹੁਣ ਸਾਨੂੰ ਬਾਬੇ ਨਾਨਕ ਦੇ ਲੜ ਲਾਓ। ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਈ ਗੁਰਦਾਸ ਜੀ ਨੇ ਜਿੱਥੇ ਰਾਜਾ ਸਿੱਖ ਬਣਾਇਆ ਨਾ, ਉਥੇ ਉਧਰ ਦੀ ਪਰਜਾ ਵੀ ਸਿੱਖ ਬਣਾ ਦਿੱਤੀ। ਨਿਤ ਪ੍ਰਤ ਬਨਹਿ ਮਨੋਜ ਸਮੁਦਾਏ। ਰੋਜ਼ 100 50 ਬੰਦਾ ਅੰਮ੍ਰਿਤ ਛਕ ਲੈਂਦਾ ਤੇ ਭਾਈ ਸਾਹਿਬ ਜੀ ਦੇ ਨਾਲ ਜੁੜ ਕੇ ਬਾਣੀ ਦਾ ਅਭਿਆਸ ਕਰਦੇ, ਨਾਮ ਜਪਦੇ। ਸਿੱਖੀ ਇੰਨੀ ਫੈਲ ਗਈ, ਬਨਾਰਸ ਦੀਆਂ ਗਲੀਆਂ ਵਿੱਚ ਗੁਰੂ ਨਾਨਕ ਦਾ ਹੀ ਨਾਂ ਗੂੰਜਣ ਲੱਗ ਪਿਆ। ਦੇਖਾ ਦੇਖੀ ਭਏ ਹਜ਼ਾਰੋਂ। ਦੇਖਾ ਦੇਖੀ ਹਜ਼ਾਰਾਂ ਦੀ ਤਾਦਾਦ 'ਚ ਹੋ ਗਏ। ਅੱਜ ਮੈਂ ਅੰਮ੍ਰਿਤ ਛਕਿਆ, ਕੱਲ ਤੁਸੀਂ ਛਕ ਲਿਆ, ਪਰਸੋਂ ਉਹਨਾਂ ਨੇ ਛਕ ਲਿਆ। ਉਹ ਗਾਂ ਦੀ ਗਾਂ, ਗਾਂ ਦੀ ਗਾਂ। ਸਾਰੀ ਬਨਾਰਸ ਦੇ ਵਿੱਚ ਭਾਈ ਗੁਰਦਾਸ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਦੀ ਮੱਤ ਦਾ ਪ੍ਰਚਾਰ ਕਰ ਦਿੱਤਾ। ਗੁਰ ਕੋ ਸੁਜਸ ਬਿਥਾਰ ਉਚਾਰੋਂ। ਬਨਾਰਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਗੁਰੂ ਨਾਨਕ ਦੇਵ ਜੀ, ਉਹਨਾਂ ਦਾ ਗੁਰਮੰਤਰ ਵਾਹਿਗੁਰੂ ਗੂੰਜਣ ਲੱਗ ਪਿਆ। ਥਾਂ ਥਾਂ ਤੇ ਗੁਰੂ ਨਾਨਕ ਦਾ ਜਸ ਹੋਣ ਲੱਗਾ। ਨਿਤ ਮਹਿ ਪਾਲਕ ਨਿਕਟ ਬੁਲਾਵੇ। ਰਾਜਾ ਭਾਈ ਸਾਹਿਬ ਨੂੰ ਰੋਜ਼ ਆਪਣੇ ਦਰਬਾਰ ਵਿੱਚ ਸੱਦਦਾ ਹੈ। ਬੜੇ ਸਤਿਕਾਰ ਨਾਲ ਉੱਚੀ ਥਾਂ ਤੇ ਬਿਠਾ ਕੇ ਕਥਾ ਕਰਵਾਉਂਦਾ ਹੈ। ਗੁਰਬਾਣੀ ਇਸ ਪਾਸ ਪੜਾਵੇ। ਭਾਈ ਸਾਹਿਬ ਗੁਰਬਾਣੀ ਪੜ੍ਹਦੇ, ਕਦੀ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ, ਕਦੀ ਸੁਖਮਣੀ ਸਾਹਿਬ, ਕਦੀ ਆਸਾ ਦੀ ਵਾਰ, ਕਦੀ ਦੱਖਣੀ ਓਂਕਾਰ, ਕਦੀ ਸਿੱਧ ਗੋਸ਼ਟ, ਕਦੀ 52 ਅੱਖਰੀ। ਇੱਦਾਂ ਲੰਮੀਆਂ ਲੰਮੀਆਂ ਬਾਣੀਆਂ ਰਾਜਾ ਸੁਣਦਾ, ਭਾਈ ਸਾਹਿਬ ਸੁਣਾਉਂਦੇ ਹਨ। ਅਰਥ ਸਮੇਤ ਸੁਨਹਿ ਮਨ ਲਾਈ। ਰਾਜਾ ਅਰਥਾਂ ਸਮੇਤ ਸੁਣਦਾ। ਭਾਈ ਸਾਹਿਬ ਅਰਥਾਂ ਸਮੇਤ ਗੁਰਬਾਣੀ ਦੀ ਕਥਾ ਕਰ ਕਰਕੇ ਨਾ ਰਸ ਉਹ ਭਰ ਦਿੰਦੇ ਆ। ਉਹ ਸਭਾ ਦੇ ਵਿੱਚ ਰਾਜੇ ਦੀ ਜਿੰਨੀ ਵੀ ਸਭਾ ਹੈ, ਮੰਤਰੀ ਹਨ, ਉਹਦੇ ਵਜ਼ੀਰ ਹਨ, ਉਹਦੀਆਂ ਰਾਣੀਆਂ ਹਨ, ਉਹ ਵੀ ਸਾਰੇ ਕਥਾ ਸੁਣਦੇ। ਬੜੇ ਬੜੇ ਕਾਸ਼ੀ ਦੇ ਵਿਦਵਾਨ, ਮਹਾਤਮਾ, ਪੰਡਤ, ਸਾਧੂ, ਸੰਨਿਆਸੀ, ਬੈਰਾਗੀ, ਜੋਗੀ, ਜੰਗਮ, ਵੱਖਰੇ ਵੱਖਰੇ ਮੱਤਾਂ ਦੇ, ਉਹ ਵੀ ਕਥਾ ਸੁਣਨ ਆਉਂਦੇ। ਤੇ ਭਾਈ ਸਾਹਿਬ ਦੀ ਕਥਾ ਇੰਨੀ ਰਸ ਭਿੰਨੀ ਹੁੰਦੀ ਵੀ ਬਨਾਰਸ ਦੇ ਵਿੱਚ ਕੋਈ ਵੀ ਪੰਡਤ ਜਿਹੜਾ ਕਹਿੰਦਾ ਆਪਣੇ ਆਪ ਨੂੰ ਨਾ,
ਉਹ ਵੀ ਭਾਈ ਸਾਹਿਬ ਦੀ ਕਥਾ ਸੁਣ ਕੇ ਤਰਕ ਨਹੀਂ ਕਰ ਸਕਦਾ। ਸਾਰੇ ਕਹਿੰਦੇ ਵੀ ਆਨੰਦ ਆ ਗਿਆ, ਕਿਉਂਕਿ ਭਾਈ ਸਾਹਿਬ ਜੀ ਇੱਕ ਪਰਮੇਸ਼ਰ ਦੇ ਪਿਆਰ 'ਚ ਭਿੱਜੀ ਹੋਈ ਆਤਮਾ ਹਨ, ਗੁਰੂ ਦਾ ਰੰਗ ਚੜ੍ਹਿਆ ਹੋਇਆ ਹੈ। ਤੇ ਕਥਾ ਜਦੋਂ ਕਰਦੇ ਹਨ, ਭਰੀ ਸਭਾ ਸਾਰੀ ਸ਼ਾਂਤ ਹੋ ਕੇ ਸੁਣਦੀ ਹੈ। ਸਭ ਕੋ ਮਨ ਮਹਿਮੂਦ ਉਪਾਈ। ਬਨਾਰਸ ਦੇ ਵਿੱਚ, ਕਾਸ਼ੀ ਦੇ ਵਿੱਚ ਸਾਰਿਆਂ ਦਾ ਮਨ ਜਿੱਤ ਲਿਆ, ਸਭ ਦੇ ਮਨ 'ਚ ਸਿੱਖੀ ਦਾ ਬੂਟਾ ਲਾਤਾ। ਸਾਰੇ ਖੁਸ਼ ਹੁੰਦੇ ਭਾਈ ਸਾਹਿਬ ਦੀ ਕਥਾ ਸੁਣ ਕੇ। ਅਧਿਕ ਚਤੁਰ ਮਿਰਦ ਬਾਕਨ ਕਹੈ। ਭਾਈ ਸਾਹਿਬ ਜੀ ਵਿਦਿਆ ਦੇ ਤਾਂ ਮਾਰਤੰਡ ਸੂਰਜ ਹੀ ਸਨ। ਸਾਧ ਸੰਗਤ ਜੀ, ਕਦੀ ਭਾਈ ਦੀ ਸਾਹਿਬ ਦੀਆਂ ਵਾਰਾਂ ਪੜ੍ਹੋ, ਇੱਕ ਗੱਲ ਨੂੰ ਸਿੱਧ ਕਰਨ ਲਈ ਸੈਂਕੜੇ ਐਗਜ਼ੈਂਪਲਾਂ ਦੇ ਦਿੰਦੇ ਆ। ਭਾਈ ਸਾਹਿਬ ਦੇ ਕਵਿਤ ਸਵਈਏ ਪੜ੍ਹੋ, ਇੱਕ ਗੱਲ ਨੂੰ ਦੱਸਣ ਲਈ ਐਗਜ਼ੈਂਪਲਾਂ ਦੇ ਢੇਰ ਲਾ ਦੇ, ਪਤਾ ਨਹੀਂ ਕਿੱਥੋਂ ਕਿੱਥੋਂ ਲਿਆਉਂਦੇ ਆ ਐਗਜ਼ੈਂਪਲਾਂ ਲੱਭ ਲੱਭ ਕੇ। ਤੇ ਭਾਈ ਸਾਹਿਬ ਇੰਨੇ ਤਰੀਕੇ ਨਾਲ ਸਮਝਾਉਂਦੇ, ਇੰਨੀ ਦਲੀਲ ਨਾਲ ਗੱਲ ਕਰਦੇ ਵੀ ਰਾਜਾ ਤੇ ਉਹਦੀ ਪਰਜਾ ਤੇ ਉਹਦੇ ਦਰਬਾਰੀ ਕਥਾ ਸੁਣ ਕੇ ਮੰਤਰ ਮੁਗਧ ਹੋ ਜਾਂਦੇ ਹਨ। ਸੁਨ ਸਗਰੇ ਗੁਰ ਪ੍ਰੀਤੀ ਲਹੈ। ਸਾਰਿਆਂ ਦੇ ਮਨ 'ਚ ਗੁਰਸਿੱਖੀ ਦਾ ਬੀਜ ਬੀਜਿਆ ਜਾ ਰਿਹਾ, ਸਾਰੇ ਗੁਰੂ ਦੀ ਪ੍ਰੀਤ ਵਿੱਚ ਭਿੱਜ ਗਏ ਹਨ। ਨਰਿਪ ਕੇ ਨਿਕਟ ਕਥਾ ਨਿਤ ਕਰੈ। ਰਾਜੇ ਦੇ ਦਰਬਾਰ 'ਚ ਕਥਾ ਰੋਜ਼ ਹੁੰਦੀ ਹੈ, ਭਾਈ ਸਾਹਿਬ ਜੀ ਕਰਦੇ ਹਨ। ਸਭ ਸੰਗਤ ਸੁਨਬੇ ਹਿਤ ਜੁਰੈ। ਔਰ ਰਾਜਾ ਆਪ ਕਥਾ ਸੁਣਦਾ, ਉਹਦੇ ਦਰਬਾਰੀ ਸੁਣਦੇ ਨੇ। ਰਾਜੇ ਨੇ, ਭਾਈ ਸਾਹਿਬ ਨੇ ਕਹਿ ਦਿੱਤਾ ਵੀ ਕੋਈ ਵੀ ਆਵੇ ਰੋਕਿਆ ਜੇ ਨਾ, ਕਿਉਂਕਿ ਰਾਜਿਆਂ ਦੇ ਦਰਬਾਰ 'ਚ ਗਰੀਬਾਂ ਨੂੰ ਆਮ ਨਹੀਂ ਵੜਨ ਦਿੰਦੇ ਹੁੰਦੇ। ਪਰ ਭਾਈ ਸਾਹਿਬ ਦੀ ਕਥਾ ਜਦੋਂ ਹੁੰਦੀ ਹੈ, ਭਾਵੇਂ ਕੋਈ ਭਿਖਾਰੀ ਆ ਜੇ, ਉਹਨੂੰ ਕਥਾ ਤੋਂ ਨਹੀਂ ਰੋਕਦੇ। ਸਭ ਗਰੀਬ ਅਮੀਰ, ਹਿੰਦੂ ਮੁਸਲਮਾਨ, ਪੜ੍ਹੇ ਅਨਪੜ੍ਹ, ਸਾਰੇ ਕਥਾ ਸੁਣਦੇ ਹਨ। ਬਹੁ ਕੀਰਤ ਬਿਸ ਤੀਰਤ ਕੀਨ। ਭਾਈ ਸਾਹਿਬ ਗੁਰਦਾਸ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਤ ਦਾ ਇਤਨਾ ਪ੍ਰਚਾਰ ਕੀਤਾ, ਕਥਾ ਵਿੱਚ ਇੰਨਾ ਪਿਆਰ ਭਰ ਦਿੱਤਾ ਵੀ ਸਾਰੀ ਕਾਸ਼ੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਨਾਨਕ ਦੇਵ ਜੀ ਦਾ ਡੰਕਾ ਵੱਜਣ ਲੱਗਾ। ਹਾਂਜੀ, ਫਿਰ ਹੈ ਸੰਗ ਗਨ ਲਖਿਓ ਪ੍ਰਵੀਨ। ਜਿਹੜੇ ਜਿਹੜੇ ਉਹਨਾਂ ਦੀ ਕਥਾ ਸੁਣਦੇ, ਉਹ ਸਾਰਾ ਸਾਰਾ ਦਿਨ ਨਾਲ ਹੀ ਫਿਰਦੇ ਰਹਿੰਦੇ। ਉਹ ਕਹਿੰਦੇ ਭਾਈ ਸਾਹਿਬ ਦੇ ਨਾਲ ਰਿਹਾ ਬੜਾ ਸਕੂਨ ਮਿਲਦਾ, ਬੜਾ ਆਨੰਦ ਆਉਂਦਾ। ਕਦੀ ਭਾਈ ਸਾਹਿਬ ਗੰਗਾ ਦੇ ਕੰਢੇ ਜਾ ਕੇ ਇਸ਼ਨਾਨ ਕਰਕੇ ਬੈਠ ਜਾਂਦੇ, ਧਿਆਨ ਲਾ ਕੇ ਸਿਮਰਨ ਕਰਦੇ, ਉੱਥੇ ਹੀ ਸਾਧੂ ਸੰਤ ਮਹਾਤਮਾ ਆਲੇ ਦੁਆਲੇ ਆ ਕੇ ਬੈਠ ਜਾਂਦੇ। ਕਦੀ ਭਾਈ ਸਾਹਿਬ ਵਿਸ਼ਵਨਾਥ ਦੇ ਮੰਦਿਰ ਵੱਲ ਜਾਂਦੇ ਤੇ ਉੱਥੋਂ ਦੇ ਪੰਡਿਤ ਮੱਥਾ ਟੇਕਦੇ। ਜਿੱਧਰ ਭਾਈ ਸਾਹਿਬ ਜਾਂਦੇ ਨਾ, ਭਾਈ ਸਾਹਿਬ ਗੁਰਦਾਸ ਜੀ ਦਾ ਇੰਨਾ ਸਤਿਕਾਰ ਕਾਸ਼ੀ 'ਚ ਵੱਧ ਗਿਆ ਵੀ ਵੱਡੇ ਵੱਡੇ ਜਿਹੜੇ ਕਹਿੰਦੇ ਕਹਾਉਂਦੇ ਸਨ ਵਿਦਵਾਨ, ਉਹ ਵੀ ਉਹਨਾਂ ਕੋਲੋਂ ਵਿਦਿਆ ਪੜ੍ਹਨ ਲੱਗੇ। ਭੂਪਤ ਕੋ ਗੁਰ ਜਪ ਹੋਇ ਗਇਓ। ਜਦੋਂ ਭਾਈ ਸਾਹਿਬ ਜੀ ਰਾਜੇ ਦੇ ਵੀ ਗੁਰੂ ਬਣ ਗਏ ਤੇ ਪਰਜਾ ਦਾ ਆਪੇ ਹੀ ਕਹਿੰਦੇ ਜਥਾ ਰਾਜਾ ਤਥਾ ਪਰਜਾ। ਜਿਹੋ ਜਿਹਾ ਰਾਜਾ ਮਤ ਧਾਰਨ ਕਰੇ, ਪਰਜਾ ਵੀ ਉਹੀ ਮਤ ਧਾਰਨ ਕਰ ਲੈਂਦੀ ਹੈ। ਸੋ ਹਜ਼ਾਰਾਂ ਲੋਕ ਕਾਸ਼ੀ ਦੇ ਸਿੱਖ ਬਣ ਗਏ। ਸਕਲ ਨਗਰ ਸਨਮਾਨਿਤ ਭਇਓ। ਸਾਰੇ ਨਗਰ ਕਾਸ਼ੀ 'ਚ ਭਾਈ ਸਾਹਿਬ ਜੀ ਦਾ ਸਨਮਾਨ ਹੋਇਆ। ਇੱਕ ਦਿਨ ਦਿਜ ਪੰਡਿਤ ਸੰਨਿਆਸੀ। ਸਾਧ ਸੰਗਤ ਜੀ, ਬੜੇ ਬੜੇ ਪੜ੍ਹੇ ਹਨ, ਇੰਨੇ ਵਿਦਵਾਨ ਹਨ ਕਾਸ਼ੀ ਵਿੱਚ ਵੀ ਵਾਲ ਦੀ ਖਲ ਲਾ ਦਿੰਦੇ ਆ ਗੱਲਾਂ ਦੇ ਨਾਲ, ਵਿਦਿਆ ਦੇ ਨਾਲ। ਉਹ ਕਿਸੇ ਨੂੰ ਅੱਗੇ ਕੁਸਕਣ ਨਹੀਂ ਦਿੰਦੇ। ਸਾਡੇ ਵਰਗਿਆਂ ਨੂੰ ਤੇ ਉਹ ਇੱਕ ਲਫ਼ਜ਼ ਨਹੀਂ ਬੋਲਣ ਦਿੰਦੇ ਸਟੇਜ ਦੇ ਉੱਤੇ, ਇੰਨੇ ਪੜ੍ਹੇ ਲਿਖੇ। ਉਹ ਇਕੱਠੇ ਹੋ ਕੇ ਭਾਈ ਸਾਹਿਬ ਕੋਲ ਆਏ, ਪੰਡਿਤ ਵੀ, ਬ੍ਰਾਹਮਣ, ਸੰਨਿਆਸੀ ਸਾਰੇ ਹੀ ਆਏ। ਹਾਂਜੀ, ਸਭ ਮਿਲ ਕਰ ਆਏ ਇਸ ਪਾਸੀ। ਭਾਈ ਸਾਹਿਬ ਕੋਲ ਆ ਗਏ, ਕਹਿੰਦੇ ਦੇਖੀਏ, ਕਿਉਂਕਿ ਕਈ ਤਰ੍ਹਾਂ ਦੇ ਲੋਕ ਸਨ। ਕਈ ਉਹਨਾਂ ਵਿੱਚ ਈਰਖਾਲੂ ਵੀ ਹੁੰਦੇ ਵੀ ਬਾਹਰੋਂ ਬੰਦਾ ਆਇਆ, ਇਹਦੀ ਇੰਨੀ ਮਹਿਮਾ ਹੋ ਗਈ ਹੈ, ਸਾਨੂੰ ਕੋਈ ਪੁੱਛਦਾ ਨਹੀਂ, ਹੁਣ ਅਸੀਂ ਇੰਨੇ ਪੜ੍ਹੇ ਹਾਂ, ਇਹਦੀ ਮਹਿਮਾ ਹੋ ਰਹੀ ਹੈ। ਕਈ ਵਿੱਚ ਇਹੋ ਜਿਹੇ ਹੁੰਦੇ ਆ ਵੀ ਮਹਾਂਪੁਰਸ਼ ਆਏ ਨੇ, ਸਾਡੇ ਮਨ 'ਚ ਕੋਈ ਸ਼ੰਕਾ ਆਪਾਂ ਦੂਰ ਕਰਾ ਲਈਏ। ਕਈ ਹੁੰਦੇ ਵੀ ਚਲੋ ਵਿਦਿਆ ਤਾਂ ਹੁੰਦੀ ਹੈ, ਗਿਆਨ ਤਾਂ ਹੁੰਦਾ, ਨੌਲੇਜ ਤਾਂ ਹੁੰਦੀ, ਪਰ ਸ਼ਾਂਤੀ ਨਹੀਂ ਹੁੰਦੀ। ਉਹ ਕਹਿੰਦੇ ਚਲੋ ਮਹਾਂਪੁਰਸ਼ ਕੋਲ ਬੈਠਾਂਗੇ, ਕੋਈ ਜਿਹੜਾ ਅੰਦਰਲੀ ਘੁੰਡੀ ਅੜੀ ਹੋਈ ਹੈ ਉਹ ਖੁਲਵਾ ਲਾਂਗੇ। ਇਹ ਵੱਖਰੀ ਵੱਖਰੀ ਅਵਸਥਾ ਹੁੰਦੀ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਸਾਰੇ ਤਰਕਵਾਦੀ ਨਹੀਂ ਹੁੰਦੇ, ਸਾਰੇ ਸ਼ਰਧਾਲੂ ਨਹੀਂ ਹੁੰਦੇ। ਉਹ ਸਭ ਤਰ੍ਹਾਂ ਦੇ ਲੋਕ ਉੱਥੇ ਰਹਿੰਦੇ ਸਨ। ਕੁਝ ਇਹੋ ਜਿਹੇ ਵੀ ਸਨ, ਕਹਿੰਦੇ ਪੁੱਛਣਾ ਚਾਹੀਦਾ ਬਈ ਇਹਨਾਂ ਨੇ ਆਪਣਾ ਮੰਤਰ ਵੱਖਰਾ ਬਣਾ ਲਿਆ, ਇਹਨਾਂ ਨੇ ਗਾਇਤਰੀ ਮੰਤਰ ਛੱਡ ਦਿੱਤਾ ਤੇ ਵਾਹਿਗੁਰੂ ਮੰਤਰ ਜਪਣ ਲੱਗ ਪਏ ਨੇ। ਇਹਨਾਂ ਨੇ 4 ਵੇਦ ਛੱਡ ਦਿੱਤੇ ਨੇ
ਤੇ ਆਪਣਾ ਵੱਖਰਾ ਵੇਦ ਬਣਾ ਲਿਆ ਗੁਰੂ ਗ੍ਰੰਥ ਸਾਹਿਬ। ਇਹਨਾਂ ਨੂੰ ਪੁੱਛੀਏ ਵੀ ਤੁਸੀਂ ਇਹ ਨਵਾਂ ਧਰਮ ਕਿਉਂ ਚਲਾਇਆ? ਸਾਰੇ ਪੰਡਤ ਇਕੱਠੇ ਹੋ ਕੇ ਭਾਈ ਸਾਹਿਬ ਜੀ ਨਾਲ ਚਰਚਾ ਕਰਨ ਲਈ ਆ ਗਏ। ਨਿਰਪਕੋ ਗੁਰੂ ਲਖਿਓ ਲਲਚਾਏ। ਨਾਲੇ ਇਹ ਸੋਚਿਆ ਵੀ ਰਾਜੇ ਦੇ ਗੁਰੂ ਨੇ, ਰਾਜਾ ਇਹਨਾਂ ਦਾ ਸੇਵਕ ਹੈ, ਕੋਈ ਇਹਨਾਂ ਦੇ ਪੱਲੇ ਗੱਲ ਜ਼ਰੂਰ ਹੋਵੇਗੀ। ਜਿਨ੍ਹਾਂ ਦੇ ਕੋਲ ਵਿਦਿਆ ਹੈ, ਕੋਈ ਭਗਤੀ ਹੈ, ਤਾਂ ਹੀ ਰਾਜਾ ਸੇਵਕ ਬਣਿਆ। ਤੋ ਚੱਲ ਕੇ ਦਰਸ਼ਨ ਕਰੀਏ। ਇਸ ਤਰ੍ਹਾਂ ਇੱਕ ਨਹੀਂ, ਕੋਈ 15 20 50 ਪੰਡਤ ਇਕੱਠੇ ਹੋਏ, ਇੱਕ ਡੈਪੂਟੇਸ਼ਨ ਜਿਹਾ ਬਣ ਗਿਆ, ਜਥਾ ਜਿਹਾ ਬਣਾ ਕੇ ਆ ਗਏ। ਨਿਜਮਤ ਲਿਆਵਨ ਹੇਤ ਅਲਾਏ। ਤੇ ਉਹਨਾਂ ਦੇ ਮਨ 'ਚ ਕੁਝ ਬੰਦਿਆਂ ਦੇ ਇਹ ਵੀ ਸੀ ਵੀ ਅਸੀਂ ਇਹਨੂੰ ਆਪਣੇ ਮੱਤ 'ਚ ਲੈ ਕੇ ਆਉਣਾ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਸਿੱਧ ਕਹਿੰਦੇ ਵੀ ਜੇ ਇਹ ਸਾਡਾ ਚੇਲਾ ਬਣ ਜੇ ਤੇ ਸਾਡਾ ਮਤ ਬੜਾ ਫੈਲੇਗਾ। ਐਸਾ ਜੋਗੀ ਕਲੀਮ ਹੈ, ਹਮਰੇ ਪੰਥ ਕਰੇ ਉਜਿਆਲਾ, ਸਿੱਧੀ ਮਨੀ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ। ਸਿੱਧਾ ਨੇ ਮਨ 'ਚ ਸੋਚਿਆ ਵੀ ਇਹ ਬਾਲ ਕੇ ਜਿਹੜਾ ਆਇਆ ਨਾਨਕ, ਇਹ ਚੇਲਾ ਬਣੇ ਨਾ ਤੇ ਸਾਡਾ ਮਤ ਬਹੁਤ ਫੈਲੇਗਾ। ਇੱਦਾਂ ਹੀ ਕਾਂਸ਼ੀ ਦੇ ਪੰਡਤ ਕਹਿੰਦੇ ਜੇ ਇਹ ਗੁਰਦਾਸ ਨੂੰ ਅਸੀਂ ਦਬਾ ਲਿਆ, ਇਹ ਸਾਡੇ ਅੱਗੇ ਝੁਕ ਗਿਆ, ਫਿਰ ਸਾਡਾ ਡੰਕਾ ਵੱਜੇਗਾ। ਇਹੋ ਜਿਹੇ ਲੋਕ ਵੀ ਸਨ, ਆਪਣੇ ਮਤ ਵਿੱਚ ਵੀ ਲਿਆਉਣਾ ਚਾਹੁੰਦੇ ਸਨ। ਉਹ ਵੀ ਆ ਗਏ। ਇਹ ਸ਼ਿਵਪੁਰ ਜਿਸ ਮਹਿਤੋ ਸੁਬਾਸਾ। ਭਾਈ ਸਾਹਿਬ ਨੂੰ ਆ ਕੇ ਨਮਸਕਾਰ ਕੀਤੀ। ਉਹ ਜਿਹੜੇ ਸੰਨਿਆਸੀ ਨੇ ਉਹ ਆਪਣੇ ਤਰੀਕੇ ਨਾਲ ਬੋਲਦੇ ਨੇ, ਨਮੋ ਨਰਾਇਣ ਕਰਦੇ ਨੇ। ਪੰਡਤ ਲੋਕ ਰਾਮ ਰਾਮ ਕਰਦੇ ਨੇ। ਉਹ ਆਪੋ ਆਪਣੇ ਤਰੀਕੇ ਨਾਲ ਆ ਕੇ ਬੈਠ ਗਏ। ਕਹਿਣ ਲੱਗੇ ਭਾਈ ਸਾਹਿਬ ਜੀ ਨੂੰ, ਕਹਿੰਦੇ ਮਹਾਂਪੁਰਸ਼ੋ, ਇਹ ਜਿੱਥੇ ਤੁਸੀਂ ਆਏ ਹੋ ਨਾ, ਇਹ ਭਗਵਾਨ ਸ਼ਿਵ ਜੀ ਮਹਾਰਾਜ ਦੀ ਪੁਰੀ ਹੈ। ਸ਼ਿਵ ਜੀ ਨੇ ਇੱਥੇ ਤਪ ਕੀਤਾ ਹੈ। ਉਹਨਾਂ ਨੇ ਆਪਣੇ ਤਪ ਨਾਲੇ ਧਰਤੀ ਪ੍ਰਗਟ ਕੀਤੀ ਹੈ। ਉਹਨਾਂ ਦਾ ਵਾਅਦਾ ਹੈ ਵੀ ਜਿਹੜਾ ਇੱਥੇ ਮਰੇਗਾ ਉਹਦੀ ਮੈਂ ਮੁਕਤੀ ਕਰ ਦਿਆਂਗਾ। ਹਾਂਜੀ, ਜਾਂ ਤੇ ਬਨਹੋ ਰੁਦਰ ਕੋ ਦਾਸਾ। ਤੁਸੀਂ ਇਸ ਕਰਕੇ ਜਿੱਥੇ ਰਹੀਏ ਉੱਥੋਂ ਦਾ ਧਰਮ ਐਕਸੈਪਟ ਕਰਨਾ ਚਾਹੀਦਾ। ਇੱਥੇ ਜਿੰਨੇ ਵੀ ਲੋਕ ਨੇ, ਸੰਨਿਆਸੀ ਨੇ, ਬੈਰਾਗੀ ਨੇ, ਜੋਗੀ ਨੇ, ਜੰਗਮ ਨੇ, ਕਿੰਨੇ ਮਾਤਾਂ ਦੇ ਸਾਧੂ ਇੱਥੇ ਰਹਿੰਦੇ ਆ, ਪਰ ਸ਼ਿਵ ਜੀ ਭਗਵਾਨ ਨੂੰ ਸਾਰੇ ਮੰਨਦੇ ਆ, ਉਹ ਰੁਦਰ ਭਗਵਾਨ ਨੂੰ ਮੰਨਦੇ ਆ। ਤੁਸੀਂ ਵੀ ਇੱਥੇ ਆਏ ਹੋ, ਤੁਸੀਂ ਵੀ ਸ਼ਿਵ ਜੀ ਮਹਾਰਾਜ ਦੇ ਦਾਸ ਬਣ ਜਾਓ। ਬੈਠੇ ਕਰੋ ਸਦਾ ਸ਼ਿਵ ਧਿਆਨ। ਇੱਥੇ ਸ਼ਿਵ ਜੀ ਮਹਾਰਾਜ ਦਾ ਓਮ ਨਮੋ ਸ਼ਿਵਾਏ ਇਹ ਜਾਪ ਚੱਲਦਾ। ਤੁਸੀਂ ਇਸ ਮੰਤਰ ਦਾ ਜਾਪ ਕਰਿਆ ਕਰੋ ਤੇ ਇਹਦਾ ਹੀ ਪ੍ਰਚਾਰ ਕਰਿਆ ਕਰੋ। ਤੁਸੀਂ ਇਹ ਨਵਾਂ ਕੰਮ ਫੜ ਲਿਆ, ਵਾਹਿਗੁਰੂ 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 ਕਰਾਉਂਦੇ ਹੋ। ਇਹ ਤੁਹਾਡਾ ਮੰਤਰ ਵੇਦਾਂ ਵਿੱਚ ਤਾਂ ਹੈ ਨਹੀਂ। ਵੇਦ ਮੰਤਰ ਜੋ ਹਨ ਉਹਨਾਂ ਦਾ ਤੁਸੀਂ ਜਾਪ ਕਰਾਓ ਤਾਂ ਤੁਸੀਂ ਠੀਕ ਹੋ। ਤੇ ਜੇ ਤੁਸੀਂ ਵੇਦ ਮੰਤਰ ਦੇ ਉਲਟ ਚੱਲਦੇ ਹੋ ਤੇ ਨਾਸਤਕ ਹੋ। ਹਾਂਜੀ, ਕਿਆ ਗੁਰ ਤੇ ਅਬਲੇ ਹੋ ਸੁਜਾਨ। ਤੁਸੀਂ ਉਸ ਗੁਰੂ ਤੋਂ ਕੀ ਲੈਣਾ ਜਿਹੜਾ 1000 ਮੀਲ ਪਰੇ ਬੈਠਾ। ਇਹ ਸ਼ਿਵ ਜੀ ਦੀ ਨਗਰੀ ਹੈ। ਇੱਥੇ ਭਗਵਾਨ ਸ਼ਿਵ ਜੀ ਦਾ ਸਥਾਨ ਵਿਸ਼ਵਨਾਥ ਦਾ ਮੰਦਿਰ ਹੈ। ਤੁਸੀਂ ਇੱਥੇ ਉਹਨਾਂ ਦੇ ਭਗਤ ਬਣ ਕੇ ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ, ਓਮ ਨਮੋ ਸ਼ਿਵਾਏ ਦਾ ਜਾਪ ਲੋਕਾਂ ਨੂੰ ਕਰਾਓ। ਹਾਂਜੀ, ਤਬ ਗੁਰਦਾਸ ਕਹਿਓ ਸੁਣ ਲੀਜੈ। ਭਾਈ ਗੁਰਦਾਸ ਜੀ ਬੜੇ ਠੰਮੇ ਨਾਲ ਗੱਲ ਕਰਦੇ ਸੀ। ਉਹਨਾਂ ਦੀ ਗੱਲ ਸੁਣ ਕੇ ਕਹਿਣ ਲੱਗੇ, ਸਤਿਕਾਰਯੋਗ ਪੰਡਤੋ, ਤੁਸੀਂ ਮਹਾਂਪੁਰਸ਼ੋ, ਵਿਦਵਾਨ ਹੋ, ਜੀ ਆਇਆਂ ਨੂੰ ਸੁਣੋ। ਹਾਂਜੀ, ਜੋ ਪਤ ਬ੍ਰਤਾ ਧਰਮ ਦਿਖ ਰੀਜੈ। ਦੇਖੋ, ਜਿਹੜੀ ਹੁੰਦੀ ਨਾ ਪਤੀ ਵਰਤਾ ਇਸਤਰੀ, ਆਪਣੇ ਪਤੀ ਤੋਂ ਬਿਨਾ ਉਹ ਦੂਜੇ ਵੱਲ ਝਾਕਦੀ ਨਹੀਂ। ਆਖੋ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ, ਪਤੀ ਵਰਤਾ ਇਸਤਰੀ ਹੁੰਦੀ ਹੈ ਨਾ, ਉਹ ਆਪਣੇ ਖਸਮ ਨੂੰ ਛੱਡ ਕੇ, ਆਪਣੇ ਪਤੀ ਨੂੰ ਛੱਡ ਕੇ ਇੱਧਰ ਉੱਧਰ ਨਹੀਂ ਦੇਖਦੀ ਹੁੰਦੀ। ਹਾਂਜੀ, ਪਰ ਪਤ ਰਮਹਿ ਨਿੰਦ ਜਗ ਗਾਵਹਿ। ਜੇ ਉਹ ਆਪਣਾ ਘਰ ਵਾਲਾ ਛੱਡ ਕੇ, ਪਤੀ ਛੱਡ ਕੇ ਤੇ ਇੱਧਰ ਉੱਧਰ ਜਾਵੇ ਤੇ ਲੋਕ ਉਹਦੀ ਨਿੰਦਾ ਕਰਦੇ ਨੇ। ਉਹਨੂੰ ਦੋ ਚਾਰਣੀ ਕਹੀਏ ਨਿਤ ਹੋਏ ਖੁਆਰ। ਉਹ ਕਹਿੰਦੇ ਦੋ ਚਾਰਣੀ ਹੈ, ਚੱਜ ਚਾਰੇ ਦਾ ਚੰਗਾ ਨਹੀਂ। ਨਾ ਉਹ ਸਹੁਰਿਆਂ ਦੇ ਘਰ ਮਾਣ ਪਾਉਂਦੀ ਹੈ, ਨਾ ਉਹ ਪੇਕਿਆਂ ਦੇ ਘਰ ਮਾਣ ਪਾਉਂਦੀ ਹੈ। ਭਾਈ ਸਾਹਿਬ ਕਹਿੰਦੇ, ਪੰਡਤ ਜੀ, ਉਹਨੂੰ ਕਿਤੇ ਵੀ ਢੋਈ ਨਹੀਂ ਮਿਲਦੀ। ਆਗੇ ਨਰਕ ਸਜ਼ਾਇਨ ਪਾਵਹਿ। ਜਦੋਂ ਮਰ ਕੇ ਜਾਂਦੀ ਅੱਗੇ ਨਰਕਾਂ 'ਚ ਜਮਦੂਤ ਡੰਡੇ ਮਾਰਦੇ ਨੇ, ਨਰਕਾਂ 'ਚ ਸੁੱਟਦੇ ਨੇ, ਸਾੜਦੇ ਨੇ। ਉਹ ਕਹਿੰਦੇ ਨੇ ਵੀ ਇਹਨੇ ਆਪਣਾ ਧਰਮ ਨਹੀਂ ਪਾਲਿਆ। ਇੱਥੇ ਵੀ ਇੱਜ਼ਤ ਕੋਈ ਨਹੀਂ ਹੁੰਦੀ। ਅੱਗੇ ਵੀ ਜਮਾਂ ਦੇ ਦਰਬਾਰ ਵਿੱਚ, ਧਰਮਰਾਜ ਦੀ ਕਚਹਿਰੀ 'ਚ ਝੂਠੀ ਪੈਂਦੀ ਹੈ।
ਇਮ ਗੁਰ ਤਿਆਗ ਜਪਹਿ ਜੇ ਔਰ। ਇਸੇ ਤਰ੍ਹਾਂ ਪੰਡਿਤ ਜੀ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਮੰਤਰ ਜਪੀਏ। ਅਸੀਂ ਨਿੰਦਾ ਤਾਂ ਨਹੀਂ ਕਰਦੇ। ਜਿਹੜੀ ਸੁਹਾਗਣ ਹੁੰਦੀ ਹੈ ਨਾ, ਆਪਣੇ ਪਤੀ ਨੂੰ ਛੱਡ ਕੇ ਕਿਸੇ ਹੋਰ ਵੱਲ ਵੇਖਦੀ ਨਹੀਂ, ਆਪਣੇ ਪਤੀ ਨੂੰ ਹੀ ਸਭ ਕੁਝ ਸਮਝਦੀ ਹੈ, ਪਰ ਉਹ ਦੂਜੀਆਂ ਨੂੰ ਮਾੜਾ ਵੀ ਨਹੀਂ ਕਹਿੰਦੀ। ਆਖੋ ਸ੍ਰੀ ਵਾਹਿਗੁਰੂ। ਦੂਜੀਆਂ ਨੂੰ ਇਹ ਵੀ ਨਹੀਂ ਕਹਿੰਦੀ ਵੀ ਤੁਸੀਂ ਜਾਂ ਦੂਜੇ ਪਤੀਆਂ ਨੂੰ ਵੀ ਮਾੜਾ ਨਹੀਂ ਕਹਿੰਦੀ, ਦੂਜੀਆਂ ਪਤਨੀਆਂ ਨੂੰ ਵੀ ਨਹੀਂ ਮਾੜਾ ਕਹਿੰਦੀ। ਉਹ ਆਪਣੇ ਪਤੀ ਨੂੰ ਬਸ ਵੇਖਦੀ, ਪਰ ਉਹਦੇ ਦੂਜਿਆਂ ਵੱਲ ਮਾੜੀ ਨਿਗਾਹ ਨਹੀਂ ਕਰਦੀ। ਇਹ ਸਾਡੀ ਸਿੱਖੀ ਦਾ ਇਹ ਅਸੂਲ ਭਾਈ ਸਾਹਿਬ ਦੱਸ ਰਹੇ। ਕਹਿੰਦੇ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਾ ਮੰਤਰ ਨਹੀਂ ਜਪਣਾ, ਕਿਸੇ ਹੋਰ ਨੂੰ ਅਸੀਂ ਨਹੀਂ ਮੰਨਣਾ, ਉਹਨੂੰ ਨਿੰਦਣਾ ਵੀ ਨਹੀਂ, ਨਿੰਦਣਾ ਨਹੀਂ ਅਸੀਂ, ਪਰ ਆਪਣਾ ਨਿਸ਼ਚਾ ਆਪਣੇ ਗੁਰੂ ਦੀ ਬਾਣੀ ਤੇ ਗੁਰੂ ਦੇ ਸ਼ਬਦ ਤੇ ਰੱਖਦੇ ਹਾਂ। ਹਲਤ ਪਲਤ ਮਹਿ ਲਹਿ ਨ ਠੌਰ। ਜਿਹੜੀ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਜਾਂਦੀ ਹੈ, ਉਹ ਦੋਵਾਂ ਜਹਾਨਾਂ ਵਿੱਚ ਪਈ ਹੈ ਸਹੁਰਾ ਬੁਰੀ। ਬਾਣੀ 'ਚ ਬਚਨ ਆਇਆ ਪਈ ਹੈ, ਮੈਨੇ ਪੇਕੇ ਸਹੁਰੇ ਤੇ ਪਤਾ ਹੀ ਹੈ, ਪਈ ਹੈ ਸਹੁਰੇ ਬੁਰੀ। ਉਹ ਦੋਵਾਂ ਘਰਾਂ 'ਚ ਬੁਰੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜਾ ਸਿੱਖ ਆਪਣੇ ਸਤਿਗੁਰੂ ਜੀ ਨੂੰ ਛੱਡ ਕੇ ਕਿਸੇ ਹੋਰ ਦੇਵੀ ਦੇਵਤੇ ਦੇ ਮਗਰ ਜਾਂਦਾ ਹੈ, ਉਹ ਨਾ ਇੱਧਰ ਦਾ ਨਾ ਉੱਧਰ ਦਾ, ਉਹਦਾ ਲੋਕ ਵੀ ਗਿਆ, ਉਹਦਾ ਪਰਲੋਕ ਵੀ ਗਿਆ। ਭਾਈ ਸਾਹਿਬ ਜੀ ਲਿਖਦੇ, ਜੈਸੇ ਬਛਰਾ ਬਿਛਰ ਪਰੈ ਆਏ ਆਨ, ਜੈਸੇ ਬਛਰਾ ਬਿਛਰ ਪਰੈ ਆਨ ਗਾਏ ਥਨ, ਦੁਗਧ ਨਾ ਪਾਨ ਕਰੈ ਮਾਰਤ ਹੈ ਲਾਤ ਕੀ। ਕਹਿੰਦੇ ਬੱਚਾ ਗਾਂ ਆਪਣੀ ਮਾਂ ਨੂੰ ਛੱਡ ਕੇ ਕਿਸੇ ਦੂਜੀ ਗਾਂ ਦੇ ਥੱਲੇ ਚਲਾ ਜਾਵੇ, ਦੁੱਧ ਤਾਂ ਨਹੀਂ ਮਿਲਦਾ, ਲੱਤ ਜ਼ਰੂਰ ਪੈ ਜਾਂਦੀ ਹੈ। ਆਖੋ ਸ੍ਰੀ ਵਾਹਿਗੁਰੂ। ਬੱਚੇ ਨੂੰ ਲੱਤ ਪੈਂਦੀ, ਦੂਜੀ ਗਾਂ ਨੇੜੇ ਲੱਗਣ ਦਿੰਦੀ ਹੈ। ਕਹਿੰਦੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦੇ ਕੋਲ, ਦੇਵੀ ਦੇਵਤੇ ਕੋਲ, ਕਿਸੇ ਕੋਲ ਜਾਓਗੇ ਤੇ ਉੱਥੇ ਦੁੱਧ ਤਾਂ ਨਹੀਂ ਮਿਲਣਾ, ਬਖਸ਼ਿਸ਼ ਤਾਂ ਨਹੀਂ ਮਿਲਣੀ, ਲੱਤ ਪਵੇਗੀ। ਇਸ ਕਰਕੇ ਸਾਧ ਸੰਗਤ ਜੀ ਗੁਰੂ ਨੂੰ ਛੱਡ ਕੇ ਇੱਧਰ ਉੱਧਰ ਨਾ ਜਾਇਆ ਕਰੋ। ਸਾਡੇ ਇੱਕ ਬਜ਼ੁਰਗ ਸੀਗੇ, ਨਿਹੰਗ ਸਿੰਘ ਸਨ ਤੇ ਖੋਜੀ ਬੰਦੇ ਸਨ, ਤੇ ਕਈ ਵਾਰੀ ਸ਼ੌਂਕ ਜਾਗ ਪੈਂਦਾ ਤੇ ਉਹ ਚਲੇ ਗਏ ਇੱਕ ਮੌਲਵੀ ਸਾਹਿਬ ਕੋਲ। ਸ਼ੌਂਕ ਜਾਗਿਆ ਜਾਂ ਕੀ ਹੋਇਆ ਮੈਨੂੰ ਨਹੀਂ ਪਤਾ, ਉਹਨਾਂ ਨੇ ਆਪ ਇਹ ਗੱਲ ਸੁਣਾਈ ਸੀ ਮੈਨੂੰ। ਕਹਿੰਦੇ ਮੌਲਵੀ ਸਾਹਿਬ ਕੋਲ ਗਿਆ ਮੈਂ, ਤੇ ਉਹਨਾਂ ਨੂੰ ਮੈਂ ਆਖਿਆ ਵੀ ਮੌਲਵੀ ਸਾਹਿਬ ਕੋਈ ਕਾਲਾ ਇਲਮ ਦਿਓ, ਮੈਂ ਜਪ ਲਾਂਗਾ, ਮੈਨੂੰ ਕੋਈ ਕਾਲਾ ਇਲਮ ਦਿਓ, ਮੇਰਾ ਕੰਮ ਅੜਿਆ ਹੋਇਆ, ਮੈਂ ਕੋਈ ਕੰਮ ਕਰਨਾ। मौलवी साहब कहने लगे, सरदार जी तुम्हारे पास गुटका है? वो कहते हाँ, वो निहंग सिंह खजाना पा के रखते हैं ना, वो विच गुटका नाल हुंदा। वो दिखाओ, कहते उन्हें कढ़ के दिखा, कहते इसके जो हरफ हैं, अक्षर हैं, वो काले हैं कि और हैं कुछ? वो कहते काले ही हैं। कहते फिर और कौन सा काला इल्म? यही है, इसी को पढ़ो। अपने गुरु वो लोग जिहड़े दूजियां कौमां वाले वो सानू कहण भी इत्थे की लैण आ गए हो, इत्थे की है? अपने गुरु दे कोल जाओ, फिर पहला ही उत्थे रवो, दूजे कोलों सुनना ही ना पवे। आखो सतनाम श्री वाहिगुरू। हाँ, दूजे की निंदा नहीं करनी। मुसलमान वीर, हिंदू वीर, ईसाई वीर आपो अपनी जगह ते जेड़े जेड़े बेड़े ते कोई चढ़िया वो ठीक है। सानू गुरु नानक दे जहाज ते चढ़ाया, वाहिगुरू नाम जहाज है, चढ़े सो उतरे पार, जो शरदा कर सेवंदे गुरु पार उतारन। जे गुर दया तो सब की दया, जे गुरु दी दया ते फिर सारियां दी दया। जड़ नूं पानी दे दिओ, पत्तियां पुत्तियां टाणियां टुणियां नूं सब आपे आ जांदा। गुरु दी सेवा कर लो, बाकियां दी आपे हो जांदी है। क्योंकि गुरु ईश्वर, गुरु गोरख ब्रह्मा, गुर पार्वती माई। गुरु ही विष्णु है, गुरु ही शिव जी है, गुरु ही ब्रह्मा है, ते गुरु ही साडा पार्वती माँ है। गुरु जी सारे देवते बैठे ने। गुर जैसा नाहीं को देव, गुरु वर्गा कोई नहीं। गुरु की सेवा कर लो, सारे तुहाडे ते खुश ने। गुरु नूं छड्ड के जिथे मर्जी चले जाओ, कोई खुश नहीं, कोई प्रसन्न नहीं। हाँ जी। जे गुर रिस है तो सब रिस किया, जे गुरु नाराज हो गया तो सारियां दी नाराजगी हो गई। हाँ जी।
ਇਸ ਪਰ ਏਕ ਸਵਈਆ ਗਾਇਓ। ਇਹਦੇ ਤੇ ਭਾਈ ਸਾਹਿਬ ਨੇ ਇੱਕ ਸਵਈਆ ਵੀ ਲਿਖਿਆ ਹੈ, ਸਭ ਵਿਪਰਨ ਕੋ ਤਬ ਹੈ ਸੁਨਾਇਓ। ਸਾਰੇ ਪੰਡਤਾਂ ਨੂੰ ਸੁਣਾਇਆ ਵੀ ਹੈ। ਸਾਧ ਸੰਗਤ ਜੀ ਅੱਗੇ ਕਥਾ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ ਜੀ। ਬਹੁਤ ਧੰਨਵਾਦ। ਹੇ ਗੋਬਿੰਦ, ਹੇ ਗੋਪਾਲ।